सतनाम श्री वाहिगुरु साहिब जी। चक्कर चिन्ह अर बरन जात अर पात नहन जेहे रूप रंग अर रेख पेख को कह ना सकत केहे। अचल मूरत अनभव प्रकाश अमितोज कहिजै। कोट इंद्र इंद्रा शाहन गणिजै। त्रिभुवन महीप सुर नर असुर नेत नेत बन तृण कहत। तब सर्ब नाम कथै कवन कर्म नाम बरनत सुमत। कहा बुद्ध प्रभ तुच्छ हमारी बरन सकै महिमा जो तिहारी। हम न सकत कर सिफत तुम्हारी आप ले हो तुम कथा सुधारी। तेरे गुण बहुते मैं एक न जानिया मैं मूर्ख किछ दीजै। प्रणबत नानक सुन मेरे साहिबा डुबदा पत्थर लीजै। सतनाम वाहिगुरु साहिब जी। हुक्मी होवन आकार हुक्म न कहया जाई। हुक्मी होवन जी हुक्म मिलै वड्याई। हुक्मी होवन आकार हुक्म न कहया जाई। हुक्मी होवन जी हुक्म मिलै वड्याई। हुक्मी उत्तम नीच हुक्म लिख दुख सुख पाइयै है। इक ना हुक्मी बख्शीश इक हुक्मी सदा पवाइयै है। हुक्म अंदर सब को बाहर हुक्म ना कोय। नानक हुक्म जे बुझै तहु मैं कह ना कोय। हुक्म अंदर सब को बाहर हुक्म ना कोय। नानक हुक्म जे बुझै ताहु मैं कह ना कोय। वाहिगुरु जी का खालसा वाहिगुरु जी की फतेह। परम सन्मानयोग सत्कारयोग सतगुरां दी साजी निवाजी
ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਬਖਸ਼ੇ ਹੋਏ ਉਦਮ ਦਾ ਸਦਕਾ ਇਸ਼ਨਾਨ ਪਾਣੀ ਕਰਕੇ ਤਿਆਰ ਹੋ ਕੇ ਦੂਰੋਂ ਨੇੜਿਓਂ ਚੱਲ ਕਰਕੇ ਸਾਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਖਾਲਸਾ ਪੰਥ ਜੀ ਦੇ ਚੌਥੇ ਮਹਾਨ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਤਖਤ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਗੁਰਤਾ ਗੱਦੀ ਤੇ ਸੁਭਾਏਮਾਨ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਸੁੰਦਰ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਆਪ ਜੀ ਨੇ ਸਨਮਾਨਯੋਗ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਸ੍ਰੀ ਆਸਾ ਕੀ ਵਾਰ ਦੇ ਲਾਹੇ ਪ੍ਰਾਪਤ ਕੀਤੇ ਨੇ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ, ਉਸ ਲੜੀ ਤਹਿਤ ਆਪ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਦੂਸਰੀ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ। ਔਰ ਇਹ ਜਪਜੀ ਸਾਹਿਬ ਜੀ ਦੀ ਦੂਸਰੀ ਪੌੜੀ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੀ ਕਿਰਪਾ ਕਰ ਰਹੇ ਨੇ। ਆਓ ਜਿੱਥੇ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ, ਸ਼ਬਦ ਦੀ ਵਿਚਾਰ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਦੀ ਪਵਿੱਤਰਤਾ ਮਨ ਦੀ ਇਕਾਗਰਤਾ ਵਾਸਤੇ ਆਪਣੀ ਸਾਰਿਆਂ ਦੀ ਹਾਜ਼ਰੀ ਗੁਰੂ ਚਰਨਾਂ 'ਚ ਪ੍ਰਵਾਨ ਹੋ ਜਾਏ। ਪਿਆਰ ਨਾਲ ਸਤਿਕਾਰ ਨਾਲ ਉਚਾਰਨ ਕਰੋ, ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੇ ਅੰਦਰ ਜੋ ਕੱਲ ਆਪਾਂ ਨੇ ਵਿਚਾਰਿਆ ਸੀ, ਥੋੜਾ ਜਿਹਾ ਰਿਪੀਟ ਕਰਨਾ ਪੈਣਾ, ਕਿਉਂਕਿ ਇਹ ਇੱਕ ਗੱਲ ਸਮਝ ਆ ਗਈ, ਮਹਾਰਾਜ ਦੂਸਰੀ ਗੱਲ ਸਮਝਾਉਂਦੇ ਨੇ, ਦੂਸਰੀ ਗੱਲ ਸਮਝ ਆ ਗਈ, ਤੀਸਰੀ ਗੱਲ ਸਮਝਾਉਂਦੇ ਨੇ। ਐਸਾ ਨਹੀਂ ਹੈ ਵੀ ਅਸੀਂ ਅੱਗੇ ਅੱਗੇ ਸਮਝੀ ਚੱਲੀਏ, ਪਿਛਲਾ ਭੁੱਲੀ ਵੀ ਜਾਈਏ, ਨਾਲੋਂ ਨਾਲ ਉਹ ਸਾਰਾ ਥੋੜਾ ਥੋੜਾ ਰਿਪੀਟ ਹੁੰਦਾ ਰਹੇ, ਰਿਵੀਜ਼ਨ ਹੁੰਦੀ ਰਹੇ ਤੇ ਗੱਲ ਹੋਰ ਪਕੜ ਵਿੱਚ ਆਉਂਦੀ ਰਹਿੰਦੀ ਹੈ। ਮਹਾਰਾਜ ਨੇ ਬਚਨ ਕੀਤੇ ਸਨ ਵੀ ਜਿੰਨਾ ਮਰਜ਼ੀ ਮਨੁੱਖ ਜ਼ੋਰ ਲਾ ਲੈ ਸਰੀਰਕ ਤੌਰ ਤੇ ਸੁੱਚਾ ਹੋਣ ਵਾਸਤੇ, ਲੱਖਾਂ ਵਾਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮਨੁੱਖ ਅੰਦਰੋਂ ਆਤਮਿਕ ਤੌਰ ਤੇ ਸੁੱਚਾ ਨਹੀਂ ਹੋ ਸਕਦਾ। ਚੁੱਪ ਜਿੰਨੀ ਮਰਜ਼ੀ ਵੱਟ ਰੱਖੇ ਫਿਰ ਵੀ ਇਹਦਾ ਮਨ ਚੁੱਪ ਨਹੀਂ ਹੁੰਦਾ। ਜਿੰਨੇ ਮਰਜ਼ੀ ਦੁਨੀਆ ਦੇ ਪਦਾਰਥ ਝੋਲੀ 'ਚ ਪੈ ਜਾਣ, ਇਹਦੀ ਭੁੱਖ ਨਹੀਂ ਉਤਰਦੀ। ਹਜ਼ਾਰਾਂ ਸਿਆਣਪਾਂ ਹੋਣ ਦੇ ਬਾਵਜੂਦ ਇੱਕ ਵੀ ਅੰਤ ਨੂੰ ਕੰਮ ਨਹੀਂ ਆਉਂਦੀ। ਸਵਾਲ ਹੈਗਾ ਵੀ ਕਿਵ ਸਚਿਆਰਾ ਹੋਈ ਹੈ। ਇਹ ਚਾਰ ਚੀਜ਼ਾਂ ਮਹਾਰਾਜ ਨੇ ਰਿਜੈਕਟ ਕਰਤੀਆਂ, ਜਿਹੜੀਆਂ ਧਾਰਮਿਕ ਜਗਤ ਦੇ ਵਿੱਚ ਬਹੁਤ ਜ਼ੋਰ ਦੇ ਕੇ ਕੀਤੀਆਂ ਜਾਂਦੀਆਂ ਸੀ, ਔਰ ਇਹਨਾਂ ਤੇ ਜ਼ੋਰ ਦਿੱਤਾ ਜਾਂਦਾ ਸੀਗਾ ਵੀ ਇਸ਼ਨਾਨ ਕੀਤਾ ਭਾਈ ਤੇ ਤੁਸੀਂ ਜਿਹੜਾ ਸੀ ਆਪਣੇ ਆਪ ਨੂੰ ਮੌਨ ਧਾਰਨ ਕਰਨਾ ਹੈ। ਇਸ ਤਰ੍ਹਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀਆਂ ਚੀਜ਼ਾਂ ਰਿਜੈਕਟ ਕਰਕੇ ਇਹ ਆਖਿਆ ਸੀ ਸਚਿਆਰਾ ਹੋਣਾ ਜੀਵਨ ਦਾ ਮਕਸਦ ਹੈ। ਜੀਵਨ ਕਿਵੇਂ ਸਚਿਆਰਾ ਹੋਵੇਗਾ, ਅਸੀਂ ਕਿਵੇਂ ਸਚਿਆਰੇ ਪਦ ਨੂੰ ਪਹੁੰਚਾਂਗੇ। ਔਰ ਜਿਹੜੀ ਸਾਡੇ ਦਰਮਿਆਨ ਔਰ ਵਾਹਿਗੁਰੂ ਜੀ ਦੇ ਦਰਮਿਆਨ, ਜੀਵ ਦੇ ਦਰਮਿਆਨ ਔਰ ਪ੍ਰਮਾਤਮਾ ਦੇ ਦਰਮਿਆਨ ਕੂੜ ਦੀ ਕੰਧ ਬਣੀ ਹੈ, ਉਹ ਕੰਧ ਕਿਵੇਂ ਟੱਠੇਗੀ, ਕਿਵੇਂ ਕੰਧ, ਉਹ ਕੂੜ ਦੀ ਕੰਧ ਕਿਵੇਂ ਟੁੱਟੇਗੀ। ਇਹ ਵੱਡਾ ਸਵਾਲ ਮਹਾਰਾਜ ਨੇ ਖੜਾ ਕੀਤਾ, ਜਿਹਦੇ ਜਵਾਬ ਆਪਾਂ ਨੂੰ ਅੱਗੇ ਬਾਣੀ ਚੋਂ ਢੂੰਡਣੇ ਪੈਣੇ ਨੇ, ਲੱਭਣੇ ਪੈਣੇ ਨੇ, ਵਾਚਣੇ ਨੇ। ਭਾਵੇਂ ਇਸ਼ਾਰੇ ਮਾਤਰ ਮਹਾਰਾਜ ਨੇ ਇੱਥੇ ਵੀ ਵਚਨ ਕੀਤੇ ਨੇ, ਹੁਕਮ ਰਜ਼ਾਈ ਚੱਲਣ ਨਾਨਕ ਲਿਖਿਆ ਨਾਲ। ਜ਼ੋਰ ਦਿੱਤਾ ਸੀ ਹੁਕਮ ਦੇ ਉੱਪਰ, ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਰਹਿਣ ਦਾ।
नाल दी नाल अगली पौड़ी का फिर खुलासा किया हुक्म की है। देखो पहला कहते हुक्म रजाई चलना, हुण गुरु साहब अगली पौड़ी के अंदर सारा जोर हुक्म ते दे रहे हैं। एक पौड़ी दे विच पूरा हुक्म के बारे इशारा है। कहने लगे हुक्म ही होवन आकार, परमेश्वर के हुक्म के मुताबिक ही, परमात्मा के हुक्म के मुताबिक ही, और ये सारा आकार बनता जो कुछ भी वेखते हैं आपां, हर चीज़ का अपना आकार है, हर चीज़ का अपना कोई ना कोई साइज है, कोई ना कोई शेप है। हर चीज़ की साडा भी आकार है, किसी का बड़ा छोटा हैगा। ईवन जो कुछ भी असी वेखते हैं, धरती का भी है, सूरज का भी है, चंद्रमा का भी है, हर चीज़ का। जे किसी चीज़ का आकार नहीं है वो सिर्फ तो सिर्फ परमात्मा। इसे करके परमात्मा का एक नाम निरंकार भी है। उन्होंने निरंकार भी आख्या भी उसका कोई आकार नहीं है। निर प्लस आकार दो शब्दों के सुमेल तो बनया, वो जिहदा कोई आकार नहीं है। परमात्मा का की आकार है, की शेप है परमात्मा की? कोई शेप नहीं है। और कितना लम्मा, कितना चौड़ा, कितना उच्चा, नीवा जां गोरा चिट्टा, की उहदे नैन नक्श ने कुछ कहा जा सकता है? बिल्कुल नहीं। आपां ते रोज़ पढ़ते हैं। चलो किसी को कोई भुलेखा होवे, कोई मत वाला आखे परमात्मा के शेप बारे, आकार बारे, पर गुरमत ने तो बिल्कुल दृढ़ करवाया है। सिखां नूं तां इह मन च भी नहीं आउणा चाहिए भी परमात्मा का कोई इहो जिहा आकार है, क्योंकि सानू ते महाराज रोज़ कहते हैं चक्कर चिहन अर वर्ण जात अर पात नहन जहन। जिहदा कोई चक्कर चिहन नहीं है, जात पात नहीं है। परमात्मा की की जात है? कोई भी नहीं। की पात है, की गोत है? कुछ भी नहीं। की उहदा चक्कर चिहन है, निशानी की है उहदी? कुछ भी नहीं। हर चीज़ की निशानी है। परमात्मा की की निशानी है? महाराज कहते चक्कर चिहन अर वर्ण जात अर पात नहन जेह। फिर कहते रूप रंग अर रेख भेख को कह ना सकत कहे, कोई भी कह नहीं सकता। जोर ला ले बंदा भी परमात्मा का रूप किहो जिहा नहीं कहा जा सकता, रंग किहो जिहा नहीं कहा जा सकता। रेख भेख, उहदा भेख की है, रेख की है, कोई कह ना सकत के। महाराज ने सीधी गल कहती, कहते कोई भी ये गल कह नहीं सकता। ना अज तक किसी ने कही है। जिन्हां ने कही है उन्होंने पछताउणा पिया, उन्होंने अपनियां गल्लां वापस लैणियां पईयां। और इस करके कोई कह ना सकत के अचल मूरत अनभाव प्रकाश अमितोज किहिजै, कोट इंद्र इंद्राण शाह शाहान गणिजै। भाव महाराज ने उत्थे इशारा किया है। अब सब हुक्म ही होवन आकार, जिहदा अपना कोई हुक्म नहीं है। ये सारा कुछ दे हुक्म दे विच, जिहदा अपना कोई आकार नहीं, माफ करना, सारा कुछ दे हुक्म दे विच ये सारा कुछ बने है। जिन्ने भी जीव ने, जिन्ना कुछ भी असीं वेखदे हैं, कई चीज़ां ते ऐसियां ने अपना नाम लैण दी देर एकदम अपने मन च उहदी शेप आ जाती है। खाण वालियां चीज़ां लै लो, जीव जंतु लै लो। हुण चिड़ी का नाम आएगा, एकदम आएगा भी इन्नी कुछ होंदी है चिड़ी। हाथी का नाम आएगा, एकदम एडा वड्डा हाथी सामने आ जाएगा। शेर का नाम लेंदे ही सारा कुछ सामने आ जाना है। तो इसे तरह जिहड़ा मच्छी है उसका नाम लै लो, पता लग जाएगा। शेप है, आकार है, रूप है, रंग है। सूरज का नाम लेंदे आ, चंद्रमा का नाम लेंदे, ईवन कई तारियां दे वखरे वखरे नाम। देखो फुੱਲ किन्ने ने, फुल्लां दे भी किन्ने, गेंदे का नाम लेंदे आ, गेंदा याद आ जाएगा। गुलाब का नाम लेंदे आ, वो सामने आ जाएगा। चक्कर चिहन है ना सारिਆਂ ਦਾ, ਉਹਨਾਂ ਦਾ रूप रंग है सारिਆਂ ਦਾ, ਉਹਨਾਂ ਦੀ खुशबू है, ਉਹਨਾਂ ਦੇ गुण अवगुण ने, सारा कुछ ਅਸੀਂ जाणदे आ। पर परमात्मा का ऐसा कुछ भी नहीं कहा जा सकता। सारा कुछ ਉਹਦੇ आकार उन्हें बनाए ने। जिन्ना भी आपां सानू घड़िया है, जीवां का नाम लेंदे आ, कहने लगे हुक्म ही होवन आकार, सब कुछ दे हुक्म दे विच है। पर अगली गल महाराज कहते हुक्म न कहया जाई, उहदे हुक्म दे बारे कहना सौखी गल नहीं है, बहुत औखी गल है। इस चीज़ नूं समझना है, बस आही चीज़ आपां ने समझण दा यतन करना। जिहदी समझ विच आ जाए ना, फिर वो बोलदा नहीं है, फिर वो आनंद लैंदा, फिर वो बोल के कह भी नहीं सकता। एक चीज़ होर, बहुते बंदियां ने इत्थे बहुत जोर लाया, जिन्हां नूं कख भी नहीं सी पता ना, माड़ा जिहा कोई मासा पर पता लै गया, उन्होंने रौला पाया, खौरू पाया, बड़ियां बड़ियां गल्लां आखियां। पर जिन्हां नूं पता लग गया ना, भेत आ गया, समझ आ गई, और उन्होंने तां इह आखिया भी सातों बोल के कही नहीं जाता, सातों दसे ही नहीं जाता।
ਉਹ ਕਹਿੰਦੇ ਇਹ ਤਾਂ ਐਸੀ ਖੇਡ ਹੈ ਜਿਵੇਂ ਗੁੰਗਾ ਬੋਲ ਕੇ ਕੀ ਦੱਸ ਸਕਦਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਐਸੀ ਹਾਲਤ ਹੋ ਜਾਂਦੀ ਹੈ ਗੁੰਗੇ ਨੂੰ ਲੱਖ ਵਾਰ ਪੁੱਛ ਲਓ ਉਹ ਵਿਚਾਰਾ ਇਸ਼ਾਰੇ ਮਾੜੇ ਮੋਟੇ ਕਰ ਸਕਦਾ ਹੈ, ਇਸ਼ਾਰਿਆਂ ਦੇ ਨਾਲ ਗੱਲ ਤਾਂ ਸਮਝਾ ਸਕਦਾ ਹੈ, ਪਰ ਉਹਦੇ ਕੋਲੇ ਸ਼ਕਤੀ ਨਹੀਂ ਹੈ, ਉਹਦੇ ਕੋਲੇ ਉਹ ਪਾਵਰ ਤਾਕਤ ਨਹੀਂ ਹੈ, ਉਹਦੇ ਕੋਲੇ ਜ਼ਬਾਨ ਨਹੀਂ ਹੈ ਵੀ ਬੋਲ ਕੇ ਸਾਰੀ ਗੱਲ ਤੁਹਾਨੂੰ ਕਹਿ ਦੇਵੇ। ਇਸੇ ਤਰ੍ਹਾਂ ਜਿਨ੍ਹਾਂ ਨੂੰ ਹੁਕਮ ਦੀ ਸਮਝ ਆ ਗਈ ਉਹਨਾਂ ਨੇ ਕਹਿ ਦਿੱਤਾ ਵੀ ਇਹ ਕਿਹਾ ਹੀ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ, ਇਹ ਤਾਂ ਖੇਡ ਹੀ ਐਸੀ ਹੈ। ਪਰ ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹਨਾਂ ਨੇ ਜਬਲੀਆਂ ਵੀ ਮਾਰੀਆਂ, ਉਹਨਾਂ ਨੇ ਕਈ ਗੱਲਾਂ ਇੱਧਰਲੀਆਂ ਉੱਧਰਲੀਆਂ ਵੀ ਕਰੀਆਂ ਨੇ, ਉਹ ਆਪਾਂ ਬਚਾਂਗੇ। ਕਹਿੰਦੇ ਹੁਕਮ ਪਰਮਾਤਮਾ ਦਾ ਕੀ ਹੈ ਇਹਦੇ ਬਾਰੇ ਪੂਰੀ ਤਰ੍ਹਾਂ ਕੋਈ ਨਹੀਂ ਕਹਿ ਸਕਦਾ, ਕੋਈ ਇਹਦਾ ਅੰਤ ਵੀ ਨਹੀਂ ਪਾ ਸਕਦਾ। ਬਹੁਤ ਸਾਰਿਆਂ ਨੇ ਜ਼ੋਰ ਕੀਤਾ ਅੰਤ ਕਾਰਨ ਕੀਤੇ ਵਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਗੈਸ ਨੇ ਲੋਕਾਂ ਦੇ, ਅੰਦਾਜ਼ੇ ਨੇ। ਮਹਾਰਾਜ ਕਹਿਣ ਲੱਗੇ ਹੁਕਮ ਹੀ ਹੋਵਨ ਜੀ, ਜਿੰਨੇ ਵੀ ਜੀਵ ਨੇ, ਜਿੰਨੇ ਵੀ ਜੀਵ ਨੇ 84 ਲੱਖ ਜੂਨਾਂ ਦਾ ਜ਼ਿਕਰ ਕਰ ਲਓ। ਵੈਸੇ ਉਹ ਤਾਂ ਗਿਣਤੀ ਵੀ ਕਰਨੀ ਔਖੀ ਹੈ, ਪਰ ਚਲੋ ਜਿੰਨੇ ਕੁ ਵੀ ਸਾਡੇ ਨਾਮ ਚੇਤੇ ਨੇ, ਜਿੰਨਾ ਕੁ ਵੀ ਅਸੀਂ ਸਾਡੀ ਨੌਲੇਜ ਹੈ, ਆਪਣੀ ਆਪਣੀ ਨੌਲੇਜ ਹੈ ਬੰਦੇ ਦੀ, ਜਿੰਨੀ ਕੁ ਕਿਸੇ ਦੀ ਨੌਲੇਜ ਹੈ, ਪਕੜ ਹੈ, ਸਮਝ ਹੈ, ਗਿਆਨ ਹੈ ਜੀਵਾਂ ਦੇ ਬਾਰੇ, ਔਰ ਉਹਨਾਂ ਕੁ ਬੰਦੇ ਨੂੰ ਪਤਾ ਲੱਗ ਜਾਂਦਾ। ਹੁਣ ਕਈ ਜੀਵ ਐਸੇ ਨੇ ਜਿਨ੍ਹਾਂ ਬਾਰੇ ਆਪਾਂ ਸੁਣਿਆ ਪਰ ਨਹੀਂ ਦੇਖੇ, ਪਰ ਫੋਟੋਆਂ ਹੀ ਵੇਖੀਆਂ ਨੇ, ਉਹਨਾਂ ਦੀ ਤਸਵੀਰਾਂ ਵੇਖੀਆਂ ਨੇ। ਹੁਕਮ ਹੀ ਹੋਵਨ ਜੀ, ਹੁਕਮ ਦੇ ਵਿੱਚ ਜਿੰਨੇ ਵੀ ਜੀਵ ਪੈਦਾ ਹੋਏ ਨੇ, ਔਰ ਇਹ ਸਾਰੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੁਕਮ ਮਿਲੈ ਵਡਿਆਈ। ਆਹ ਚੀਜ਼ ਸਮਝਣੀ ਹੈ। ਸਾਰੇ ਜੀਵ ਉਹਦੇ ਹੁਕਮ ਚਾਹੁੰਦੇ ਨੇ, ਹੁਕਮ ਦੇ ਵਿੱਚ ਪੈਦਾ ਹੁੰਦੇ ਨੇ, ਹੁਕਮ ਦੇ ਵਿੱਚ ਹੀ ਕਿਸੇ ਨੂੰ ਵਡਿਆਈ ਮਿਲ ਜਾਂਦੀ ਹੈ। ਮਹਾਰਾਜ ਅਗਲੀ ਗੱਲ ਕਹਿਣ ਲੱਗੇ, ਕਿਉਂਕਿ ਸਾਰੀਆਂ ਪੰਕਤੀਆਂ ਇਕੱਠੀਆਂ ਚੱਲ ਰਹੀਆਂ ਨੇ ਇੱਥੇ। ਹੁਕਮ ਹੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ। ਕਹਿੰਦੇ ਜਿਹੜਾ ਹੁਕਮ ਸਮਝਣਾ ਨਾ, ਜਿਹੜੇ ਹੁਕਮ ਦੀ ਆਪਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਾਣਕਾਰੀ ਹਾਸਲ ਕਰਨੀ ਹੈ, ਉਹ ਹੁਕਮ ਦੇ ਸੰਬੰਧ ਵਿੱਚ ਕਹਿ ਰਹੇ ਨੇ। ਕਹਿੰਦੇ ਹੁਕਮ ਹੀ ਉੱਤਮ ਨੀਚ। ਇੱਥੇ ਨਾ ਥੋੜਾ ਜਿਹਾ ਵਿਸ਼ਰਾਮ ਦੇਣਾ ਹੈ, ਥੋੜਾ ਜਿਹਾ ਉਚਾਰਨ ਕਰਨ ਵੇਲੇ। ਇੱਕ ਤਾਂ ਹੁਕਮੀ ਹੋਵਨ ਜਿਹੜਾ ਆਕਾਰ ਹੈ, ਇੱਥੇ ਆੜੇ ਨੂੰ ਵੀ ਕੰਨਾ ਲੱਗਿਆ ਹੋਇਆ। 90% ਪਾਠ ਕਰਨ ਵਾਲੇ ਨੂੰ ਆਕਾਰ ਹੀ ਪੜ੍ਹਦੇ ਨੇ, ਜਦੋਂ ਕਿ ਆੜੇ ਨੂੰ ਕੰਨਾ ਲਾ ਕੇ ਆਕਾਰ ਇਹਦਾ ਸ਼ੁੱਧ ਉਚਾਰਨ ਹੈ। ਅਸੀਂ ਵੀ ਕਈ ਵਾਰੀ ਇਹ ਬੇਸਮਝੀ ਕਰਕੇ ਇਹੋ ਜਿਹੀ ਮਿਸਟੇਕ ਕਰ ਜਾਂਦੇ ਆ। ਹੁਕਮੀ ਹੋਵਨ ਆਕਾਰ ਨਹੀਂ ਹੈ, ਹੁਕਮੀ ਹੋਵਨ ਆਕਾਰ। ਇਹਦਾ ਅਰਥ ਕਹਿੰਦੇ ਹੁਕਮ ਨਾ ਕਹਿਆ ਜਾਈ, ਫਿਰ ਹੁਕਮ ਨਾ ਕਿਹਾ ਕਹਿ ਨਹੀਂ ਹੈ, ਇੱਥੇ ਕਹਿਆ ਲਿਖਣਾ ਪੜ੍ਹਨਾ ਹੈਗਾ। ਕਿਹਾ ਕਈ ਵਾਰੀ ਪੜ੍ਹ ਜਾਂਦੇ ਆ, ਕਹਿਆ ਜਾਈ। ਹੁਕਮੀ ਹੋਵਨ ਜੀ, ਇੱਥੇ ਆੜਾ ਲੱਗਿਆ, ਥੋੜਾ ਜਿਹਾ ਲੰਮਾ ਕਰਨਾ ਇਹਨੂੰ। ਹੁਕਮ ਮਿਲੈ ਵਡਿਆਈ। ਮਹਾਰਾਜ ਕਹਿੰਦੇ ਹੁਕਮੀ ਉੱਤਮ ਨੀਚ, ਹੁਕਮ ਦੇ ਵਿੱਚ ਹੀ ਕੋਈ ਉੱਚਾ ਹੋ ਜਾਂਦਾ ਹੈ, ਹੁਕਮ ਦੇ ਵਿੱਚ ਹੀ ਕੋਈ ਨੀਵਾਂ ਹੋ ਜਾਂਦਾ ਹੈ। ਹੁਕਮ ਲਿਖ ਦੁੱਖ ਸੁਖ ਪਾਈਆ ਹੈ, ਔਰ ਲਿਖੇ ਹੋਏ ਹੁਕਮ ਦੇ ਮੁਤਾਬਕ, ਵਾਹਿਗੁਰੂ ਜੀ ਦੇ ਹੁਕਮ ਦੇ ਮੁਤਾਬਕ ਕਿਸੇ ਨੂੰ ਦੁੱਖ ਮਿਲ ਜਾਂਦਾ ਹੈ, ਕਿਸੇ ਨੂੰ ਸੁੱਖ ਮਿਲ ਜਾਂਦਾ ਹੈ। ਬੜਾ ਵੱਡਾ ਸਵਾਲ ਖੜਾ ਹੋ ਗਿਆ, ਬੜੇ ਮਨ ਦੇ ਵਿੱਚ ਸ਼ੰਕੇ ਖੜੇ ਹੋਣਗੇ। ਆ ਪੰਕਤੀ ਨੇ ਖੜੇ ਕਰਨੇ ਨੇ। ਜਦੋਂ ਤੁਸੀਂ ਨਾ ਕਿਸੇ ਸਟੂਡੈਂਟਸ ਦੀ ਕਲਾਸ ਲਾਓ, ਗੁਰਮਤਿ ਕਲਾਸਾਂ ਜਦੋਂ ਲਾਉਂਦੇ ਸੀ, ਔਰ ਉਦੋਂ ਬੱਚਿਆਂ ਨੂੰ ਜਦੋਂ ਇਹਦੀ ਸੰਥਿਆ ਕਰਾਣੀ, ਕੋਈ ਥੋੜੇ ਬਹੁਤੇ ਅਰਥ ਕਰਾਣੇ, ਯਕਦਮ ਸਵਾਲ ਉਹਨਾਂ ਦੇ ਹੀ ਹੁੰਦੇ ਸੀ ਵੀ ਉਸਤਾਦ ਜੀ ਫਿਰ ਤਾਂ ਆਪਾਂ ਫ੍ਰੀ ਆ, ਬਰੀਆਂ ਆਪਾਂ। ਕਿਉਂ? ਵੀ ਜੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਬੰਦੇ ਨੇ ਉੱਚਾ ਹੋਣਾ, ਹੁਕਮ ਦੇ ਵਿੱਚ ਹੀ ਨੀਵਾਂ ਹੋਣਾ, ਫਿਰ ਤਾਂ ਆਪਾਂ ਨੂੰ ਮਿਹਨਤ ਕਰਨ ਦੀ ਲੋੜ ਹੀ ਨਹੀਂ ਹੈ। ਜਦੋਂ ਦਾ ਹੁਕਮ ਹੋਊਗਾ ਉੱਚਾ ਕਰ ਦਊਗਾ, ਨਹੀਂ ਹੋਇਆ ਤੇ ਫਿਰ ਆਪਾਂ ਜਿੱਥੇ ਹੈਗੇ ਆ ਠੀਕ ਹੈ। ਫਿਰ ਤਾਂ ਬੰਦੇ ਨੂੰ ਨਾ ਮਿਹਨਤ ਕਰਨ ਦੀ ਲੋੜ ਹੈ, ਨਾ ਮਸ਼ੱਕਤ ਕਰਨ ਦੀ ਲੋੜ ਹੈ, ਨਾ ਕਿਸੇ ਤਰ੍ਹਾਂ ਦੀ ਘਾਲਣ ਦੀ ਲੋੜ ਹੈ। ਅਗਲੀ ਗੱਲ ਵੱਡੀ ਜਿਹੜੀ ਹੈ, ਹੁਕਮ ਦੇ ਵਿੱਚ ਹੀ ਜੇ ਦੁੱਖ ਸੁੱਖ ਮਿਲਣੇ ਨੇ, ਔਰ ਇਹ ਤਾਂ ਚਲੋ ਆਪਾਂ ਕਿਸੇ ਹੱਦ ਤੱਕ ਸਮਝਦੇ ਹਾਂ, ਪਰ ਉੱਚਾ ਤੇ ਨੀਵਾਂ ਹੋਣਾ ਇਹ ਹੁਕਮ ਦੇ ਵਿੱਚ ਹੈ ਨਾ, ਫਿਰ ਬੰਦੇ ਨੂੰ ਕੁਝ ਨਹੀਂ ਕਰਨਾ ਚਾਹੀਦਾ। ਬੜਾ ਵੱਡਾ ਸ਼ੰਕਾ ਹੈ, ਔਰ ਜਾਇਜ਼ ਹੈ ਕਿਤੇ ਨਾ ਕਿਤੇ ਇਹ ਦਰੁਸਤ ਹੈ। ਇਹੋ ਜਿਹਾ ਮਨ ਦੇ ਵਿੱਚ ਸਵਾਲ ਖੜਾ ਹੋਣਾ ਚਾਹੀਦਾ ਸਾਡੇ ਵੀ ਜੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ, ਅਗਲੀ ਗੱਲ ਮਹਾਰਾਜ ਨੇ ਹੋਰ ਕਹਿਤੀ, ਕਹਿੰਦੇ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਕਹਿੰਦੇ ਇੱਕ ਦਾ ਮਤਲਬ ਇੱਥੇ ਗਿਣਤੀ ਦਾ ਇੱਕ ਨਹੀਂ ਹੈ, ਇੱਥੇ ਕਿਸਮ ਹੈ ਇੱਕ, ਵੀ ਇੱਕ ਉਹ ਲੋਕ ਨੇ, ਇੱਕ ਜਾਂ ਇੱਕ ਤੋਂ ਹਜ਼ਾਰਾਂ ਵੀ ਹੋ ਸਕਦੇ ਨੇ, ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਹੁਕਮ ਦੇ ਵਿੱਚ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ, ਉਹਨਾਂ ਤੇ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ, ਰਹਿਮਤਾਂ ਹੀ ਰਹਿਮਤਾਂ ਹੁੰਦੀਆਂ ਨੇ। ਔਰ ਇੱਕ ਹੁਕਮ ਹੀ ਸਦਾ ਭਵਾਈ ਹੈ। ਇੱਕ ਵਿਚਾਰੇ ਉਹ ਨੇ
ਜਿਹੜੇ ਹੁਕਮ ਦੇ ਵਿੱਚ ਭਟਕਦੇ ਹੀ ਫਿਰਦੇ ਨੇ, ਭਵਾਉਂਦੇ ਹੀ ਫਿਰਦੇ ਨੇ ਸਾਰੀ ਜ਼ਿੰਦਗੀ, ਸਾਰਾ ਜੀਵਨ, ਪੂਰਾ ਪਤਾ ਨਹੀਂ ਕਿੰਨੇ ਕਿੰਨੇ ਜੀਵਨ ਉਹਨਾਂ ਨੂੰ ਭਟਕਦੇ ਲੰਘ ਗਏ। ਇਹ ਹੁਕਮ ਦੇ ਵਿੱਚ ਹੀ ਜੀਵ ਭਟਕਦਾ ਹੈ, ਹੁਕਮ ਦੇ ਵਿੱਚ ਹੀ ਜੀਵ ਨੂੰ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ, ਹੁਕਮ ਦੇ ਵਿੱਚ ਹੀ ਮਨੁੱਖ ਉੱਤਮ ਹੁੰਦਾ ਹੈ, ਹੁਕਮ ਦੇ ਵਿੱਚ ਹੀ ਮਨੁੱਖ ਨੀਚਾ ਹੁੰਦਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਮਨੁੱਖ ਦੇ ਵਸ ਹੈ ਹੀ ਨਹੀਂ ਜੇ ਕੁਝ, ਤੇ ਫਿਰ ਮਨੁੱਖ ਤਾਂ ਫ੍ਰੀ ਹੈ, ਆਪਾਂ ਤਾਂ ਇਹੀ ਚਾਹੁੰਦੇ ਆ, ਬਸ ਇਹੀ ਤਾਂ ਆਪਾਂ ਚਾਹੁੰਦੇ ਆ ਨਾ ਵੀ ਜੋ ਕੁਝ ਹੋਣਾ। ਫਿਰ ਜੇ ਸਾਡੇ ਕਰਨ ਨਾਲ ਕੁਝ ਹੋਣਾ ਹੀ ਨਹੀਂ, ਫਿਰ ਕਿਉਂ ਇੰਨਾ ਜ਼ੋਰ ਲਾਇਆ? ਅੰਮ੍ਰਿਤ ਵੇਲੇ ਉੱਠਣ ਦੀਆਂ ਗੱਲਾਂ ਕਰੀ ਜਾਂਦੇ ਹੋ, ਸਾਜਰੇ ਨੀਂਦ ਇੰਨੀ ਪਿਆਰੀ ਹੈ, ਆਪਾਂ ਘਰਾੜੇ ਮਾਰ ਕੇ ਸੋਇਆ ਕਰੀਏ। ਫਿਰ ਕੀ ਲੋੜ ਹੈ ਸਰਦੀਆਂ 'ਚ ਨਹਾਉਣ ਦੀ, ਇਸ਼ਨਾਨ ਕਰਨ ਦੀ, ਜਾਂ ਇੰਨਾ ਆਪਣੇ ਆਪ ਨੂੰ ਸਿਸਟਮ 'ਚ ਰੱਖਣ ਦੀ? ਜਿਵੇਂ ਮਨ ਕਰਦਾ ਕਰਨ ਦਿਓ, ਜੋ ਜੀ ਕਰਦਾ ਪਹਿਨੀਏ, ਜੋ ਜੀ ਕਰਦਾ ਖਾਈਏ, ਜਿੱਧਰ ਨੂੰ ਜੀ ਕਰਦਾ ਉਹ ਕਰੀਏ। ਫਿਰ ਕਿਉਂ ਇੰਨੀਆਂ ਬੰਦਿਸ਼ਾਂ ਨੇ, ਕਿਉਂ ਇੰਨੀਆਂ ਰਹਿਤਾਂ ਵਹਿਤਾਂ ਦਸੀਆਂ ਜਾਂਦੀਆਂ ਨੇ, ਕਿਉਂ ਕਈਆਂ ਥਾਵਾਂ ਤੋਂ ਰੋਕਿਆ ਜਾਂਦਾ ਹੈ, ਕਈਆਂ ਥਾਵਾਂ ਤੋਂ ਮਨਾ ਕੀਤਾ ਜਾਂਦਾ ਹੈ? ਜੇ ਮਨੁੱਖ ਦੇ ਬਸ ਹੈ ਹੀ ਕੁਝ ਨਹੀਂ ਹੈ। ਬੜਾ ਵੱਡਾ ਸਵਾਲ ਹੈ ਇਹ, ਯਾਦ ਰੱਖਿਓ। ਜੀਵ ਸੁਤੰਤਰ ਨਹੀਂ ਹੈ, ਪੂਰੀ ਤਰ੍ਹਾਂ ਪਤੰਤਰ ਹੈ। ਔਰ ਵੱਡੀ ਗੱਲ, ਜਿਹੜਾ ਹੁਕਮ ਕੀ ਹੈ, ਕਿਸੇ ਦੇਸ਼ ਦਾ ਆਪਣਾ ਆਪਣਾ ਕਾਨੂੰਨ ਹੁੰਦਾ ਹੈ, ਹਰ ਦੇਸ਼ ਦਾ ਆਪਣਾ ਕਾਨੂੰਨ ਹੈ। ਅਸੀਂ ਉਸੇ ਕਾਨੂੰਨ ਦੇ ਸਿਸਟਮ ਦੇ ਮੁਤਾਬਕ ਚੱਲਾਂਗੇ, ਜਦੋਂ ਉਹ ਬਣੇ ਹੋਏ ਸਿਸਟਮ ਦੇ ਮੁਤਾਬਕ, ਤੇ ਫਿਰ ਸਾਨੂੰ ਉਸੇ ਤਰ੍ਹਾਂ ਦੀ ਅਸੀਂ ਤਰੱਕੀ ਹਾਸਲ ਕਰਾਂਗੇ, ਉਸੇ ਤਰ੍ਹਾਂ ਦੇ ਸਾਨੂੰ ਬੈਨੀਫਿਟ ਮਿਲਣਗੇ, ਉਸੇ ਤਰ੍ਹਾਂ ਦਾ ਅਸੀਂ ਸਾਰਾ ਕੁਝ ਕਰਾਂਗੇ। ਸਾਨੂੰ ਪਹਿਲਾਂ ਦੇਖਣਾ ਪੈਂਦਾ ਵੀ ਇੱਥੇ ਸਿਸਟਮ ਕੀ ਹੈ, ਰੂਲ ਕੀ ਹੈ। ਹਰ ਦੇਸ਼ ਦਾ ਆਪਣਾ ਰੂਲ ਹੈ। ਹੁਣ ਆਪਣੇ ਇੱਥੇ ਜਿਹੜਾ ਸੀ ਆਪਾਂ ਖੱਬੇ ਹੱਥ ਤੁਰਦੇ ਹਾਂ, ਜੇ ਇਸੇ ਹਿਸਾਬ ਨਾਲ ਆਪਾਂ ਜਿੱਦ ਕਰੀਏ ਵੀ ਅਸੀਂ ਤਾਂ ਫੋਰਨ ਜਿਹੜੇ ਕਈ ਕੰਟਰੀ ਐਸੇ ਨੇ ਵੀ ਉੱਥੇ ਵੀ ਖੱਬੇ ਹੱਥੇ ਤੁਰਨਾ ਤੇ ਚਲਾਨ ਕੱਟੇ ਜਾਣਗੇ, ਵੀ ਅਸੀਂ ਤਾਂ ਗੱਡੀ ਵੀ ਖੱਬੇ ਹੱਥ ਚਲਾਉਣੀ ਹੈ ਤੇ ਸਾਡੇ ਚਲਾਨ ਕੱਟੇ ਜਾਣਗੇ। ਉੱਥੇ ਦਾ ਰੂਲ ਵੱਖਰਾ ਹੈ। ਜਿਹੜਾ ਵਾਹਿਗੁਰੂ ਜੀ ਦਾ ਹੁਕਮ ਹੈ ਨਾ, ਪਰਮਾਤਮਾ ਦੇ ਦਰ ਘਰ ਦੀ ਜਿਹੜੀ ਗੱਲ ਹੈ, ਇਹਨੂੰ ਸਮਝਣਾ ਹੈ ਤੇ ਮੁਸ਼ਕਲ ਹੈ, ਪਰ ਮਹਾਰਾਜ ਕਿਰਪਾ ਕਰਨ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਵੀ ਜੇ ਕਿਤੇ ਮਨ 'ਚ ਆਉਂਦਾ ਵੀ ਹੁਕਮ ਨਾਲ ਬੰਦਾ ਉੱਚਾ ਤੇ ਨੀਵਾਂ ਹੁੰਦਾ ਹੈ, ਜਾਂ ਕਿਸੇ ਤੇ ਬਖਸ਼ਿਸ਼ ਹੋ ਗਈ, ਕਿਸੇ ਨੂੰ ਭਟਕਣਾ 'ਚ ਪਾਤਾ, ਇਹ ਕਰਨ ਦੀ ਰੱਬ ਨੂੰ ਲੋੜ ਕੀ ਪਈ ਹੈ? ਜੇ ਰੱਬ ਐਸਾ ਕਰ ਰਿਹਾ, ਫਿਰ ਰੱਬ ਵੀ ਪੱਖਵਾਦੀ ਕਰ ਰਿਹਾ ਹੈ। ਫਿਰ ਤਾਂ ਆਪਾਂ ਇਹ ਪੜ੍ਹਦੇ ਹਾਂ ਵੀ ਦੱਦਾ ਦੋਸ਼ ਨ ਦਿਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰ ਜਨ। ਸੁਣਿਓ, ਪਰਮਾਤਮਾ ਦਾ ਹੁਕਮ ਜਿਹੜਾ ਇਹਨੂੰ ਸੌਖਾ ਕਰਕੇ ਜਾਣ ਲਓ, ਗੁਰੂ ਦਾ ਹੁਕਮ ਚਲੋ ਕਹਿ ਲਓ। ਜਿਹਨੇ ਗੁਰੂ ਦਾ ਹੁਕਮ ਮੰਨ ਲਿਆ, ਉਹ ਗੁਰੂ ਦੇ ਹੁਕਮ ਦੇ ਮੁਤਾਬਕ ਹੀ ਉੱਚਾ ਹੋਏਗਾ। ਜਿਹੜਾ ਉਸ ਹੁਕਮ ਦੇ ਵਿੱਚ ਆ ਗਿਆ, ਗੁਰੂ ਦੇ ਪ੍ਰਵਾਹ ਕਰ ਰਿਹਾ ਹੈ, ਗੁਰੂ ਦੇ ਦੱਸੇ ਹੋਏ ਨਿਰਦੇਸ਼ਾਂ ਦੇ ਮੁਤਾਬਕ ਚੱਲ ਰਿਹਾ ਹੈ, ਉਹਨੂੰ ਫਾਲੋ ਕਰ ਰਿਹਾ, ਜਿਹੜਾ ਰੱਬੀ ਹੁਕਮ ਵਰਤ ਰਿਹਾ ਹੈ ਔਰ ਉਹਨੂੰ ਫਾਲੋ ਕਰ ਰਿਹਾ ਹੈ। ਔਰ ਇਹ ਸਿਸਟਮ ਹੈ ਵੀ ਜਿਹੜਾ ਉਹਦੇ ਵਿੱਚ ਚੱਲੇਗਾ, ਹੁਕਮ ਦੇ ਵਿੱਚ, ਉਹ ਹੁਕਮ ਦੇ ਵਿੱਚ ਹੀ ਉੱਚਾ ਹੋ ਜਾਏਗਾ। ਉਹਦੇ ਕੀਤੇ ਹੋਏ ਕਰਮ ਦੇ ਮੁਤਾਬਕ ਹੀ, ਬਣੇ ਹੋਏ ਰੂਲ ਦੇ ਮੁਤਾਬਕ ਹੀ ਕੋਈ ਨੀਵਾਂ ਚਲਾ ਜਾਂਦਾ ਹੈ, ਬਣੇ ਹੋਏ ਰੂਲ ਦੇ ਮੁਤਾਬਕ ਹੀ ਕੋਈ ਉੱਚਾ ਚਲਾ ਜਾਂਦਾ। ਹੁਣ ਆਪਾਂ ਨੇ ਵੇਖਣਾ, ਇਹ ਰੂਲ ਹੈ ਭਾਈ, ਮਾੜੇ ਕੰਮ ਕਰਾਂਗੇ ਤੇ ਸਜ਼ਾ ਮਿਲੇਗੀ, ਰੂਲ ਹੈ ਨਾ ਵੀ ਮਾੜੇ ਕੰਮ ਕਰਾਂਗੇ, ਚਾਹੇ ਤੁਸੀਂ ਕਿੱਡੇ ਉੱਚੇ ਮਰਜ਼ੀ ਖਾਨਦਾਨ 'ਚ ਪੈਦਾ ਹੋਏ ਹੋ, ਭਾਵੇਂ ਤੁਹਾਡੀ ਜਾਤ ਉੱਚੀ ਹੈ, ਭਾਵੇਂ ਤੁਹਾਡਾ ਖਾਨਦਾਨ ਉੱਚਾ ਹੈ, ਭਾਵੇਂ ਤੁਹਾਡੀ ਬੱਲੇ ਬੱਲੇ ਹੈ, ਤੁਹਾਡਾ ਮਾਣ ਸਨਮਾਨ ਹੈ, ਤੁਹਾਡੇ ਪਰਿਵਾਰ ਦਾ ਮਾਣ ਸਨਮਾਨ ਹੈ, ਪਰ ਰੂਲ ਇਹ ਹੈ ਵੀ ਜੇ ਮਾੜੇ ਕੰਮ ਕਰੋਗੇ ਨਾ, ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਛੇੜਖਾਨੀ, ਚੋਰੀਆਂ, ਠੱਗੀਆਂ, ਠੋਰੀਆਂ, ਹੇਰਾ ਫੇਰੀਆਂ, ਡਾਕੇ, ਗਲਤ ਕੰਮ ਕਰੋਗੇ ਤੇ ਸਜ਼ਾ ਤੁਹਾਨੂੰ ਮਿਲੇਗੀ। ਆਪਾਂ ਕਹਿੰਦੇ ਆ ਨਾ ਵੀ ਸਜ਼ਾ ਤੇ ਮਿਲਣੀ ਓ ਮਿਲਣੀ ਹੈ, ਬਸ ਇਹ ਰੱਬ ਦਾ ਹੁਕਮ ਹੈ। ਫਿਰ ਰੱਬ ਦੇ ਹੁਕਮ ਦੇ ਵਿੱਚ ਹੀ ਬੰਦਾ ਨੀਵਾਂ ਹੁੰਦਾ ਹੈ, ਔਰ ਰੱਬ ਦੇ ਹੁਕਮ ਦੇ ਵਿੱਚ ਹੀ ਉਹਨੂੰ ਜਿਹੜਾ ਸੀ ਸਜ਼ਾਵਾਂ ਮਿਲਦੀਆਂ ਨੇ। ਤੇ ਇਹ ਵੀ ਇੱਕ ਵਾਹਿਗੁਰੂ ਦਾ ਹੁਕਮ ਹੈ ਔਰ ਰਜ਼ਾ ਹੈਗੀ ਆ ਉਹਦਾ, ਜਾਂ ਇਸ ਤਰ੍ਹਾਂ ਦਾ ਸਿਸਟਮ ਹੈ ਵੀ ਜਿਹੜਾ ਮਨੁੱਖ ਸ਼ੁਭ ਕਰਮ ਕਰਦਾ ਹੈ, ਜਿਹੜਾ ਨੇਕ ਕੰਮ ਕਰਦਾ ਹੈ, ਭਲੇ ਕੰਮ ਕਰਦਾ ਹੈ, ਚੰਗਾ ਸੋਚਦਾ ਤੇ ਚੰਗਾ ਕਰਦਾ ਹੈ, ਔਰ ਸੁਭਾਵਿਕ ਹੀ ਔਰ ਉਹ ਫਿਰ ਉੱਚਾ ਹੋ ਜਾਂਦਾ ਹੈ, ਉਹ ਸਨਮਾਨ ਵੀ ਹਾਸਲ ਕਰਦਾ ਹੈ। ਇਹ ਵਾਹਿਗੁਰੂ ਜੀ ਦਾ ਐਸਾ ਖੇਡ ਹੈ, ਇਹ ਉਹਦਾ ਹੁਕਮ ਹੈ। ਹੁਕਮ ਦੇ ਵਿੱਚ ਹੀ ਫਿਰ ਮਨੁੱਖ ਉੱਚਾ ਹੁੰਦਾ ਹੈ। ਦੇਖੋ, ਹੁਕਮ ਹੈ ਵੀ ਜਿਹਨੇ ਤਾਂ ਇਸ ਚੀਜ਼ ਨੂੰ ਮੰਨ ਲਿਆ, ਉਹ ਕਿੱਥੋਂ ਦਾ ਕੀ ਉਹਦੇ ਆਰਥਿਕ ਹਾਲਤ ਨੇ, ਸਾਰੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਵਿਚਾਰ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋ ਸਾਹਿਬਜ਼ਾਦੇ, ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ, ਬੜਾ ਸਤਿਕਾਰ ਕਰਦੇ ਹਾਂ ਅਸੀਂ ਉਹਨਾਂ ਦਾ। ਦੋਵਾਂ ਪੁੱਤਰਾਂ ਨੇ ਮਹਾਰਾਜ ਦੇ ਹੁਕਮ ਦੇ ਵਿੱਚ ਨਹੀਂ ਆਉਣਾ ਕੀਤਾ, ਨਹੀਂ ਆਏ ਨਾ ਹੁਕਮ, ਨੇ ਨਹੀਂ ਪਰਵਾਹੀ ਨਹੀਂ ਕੀਤੀ। ਬਾਪੂ ਨੇ ਕਿੰਨੀ ਵਾਰ ਆਖਿਆ
ਪੁੱਤਰਾ ਆਹ ਕਰ, ਕਦੇ ਸ਼੍ਰੀ ਚੰਦ ਨੂੰ ਆਖਿਆ, ਕਦੇ ਲਖਮੀ ਦਾਸ ਨੂੰ ਮੌਕੇ ਦਿੱਤੇ, ਪਰ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਪਿਤਾ ਗੁਰੂ ਜੀ ਦੇ ਹੁਕਮ ਦੀ ਪਰਵਾਹ ਨਹੀਂ ਕੀਤੀ। ਇਹ ਜੇ ਹੁਕਮ ਦੀ ਪਰਵਾਹ ਨਹੀਂ ਕੀਤੀ, ਇਹ ਵੀ ਹੁਕਮ ਦੇ ਵਿੱਚ ਹੀ ਸੀ ਵੀ ਦੋਵੇਂ ਨਕਾਰੇ ਗਏ। ਹੁਣ ਇਤਰਾਜ਼ ਤਾਂ ਨਹੀਂ ਕਰ ਸਕਦੇ, ਉਹ ਰੋਸਾ ਤਾਂ ਨਹੀਂ ਕਰ ਸਕਦੇ ਵੀ ਸਾਨੂੰ ਗੱਦੀ ਕਿਉਂ ਨਹੀਂ ਦਿੱਤੀ ਜੀ, ਸਾਨੂੰ ਸਿੰਘਾਸਨ ਤੇ ਕਿਉਂ ਨਹੀਂ ਬਿਠਾਇਆ। ਸ਼੍ਰੀ ਚੰਦ ਜਿੰਨਾ ਮਰਜ਼ੀ ਕਹੀ ਜਾਵੇ ਵੀ ਮੈਂ ਵੱਡਾ ਹਾਂ, ਮੈਂ ਜੇਠਾ ਹਾਂ, ਮੇਰਾ ਹੱਕ ਬਣਦਾ, ਮੇਰਾ ਰਾਈਟ ਬਣਦਾ, ਮੇਰਾ ਅਧਿਕਾਰ ਹੈ, ਬਾਦੋਂ ਹੁਕਮ ਦੀ ਪਰਵਾਹ ਨਹੀਂ ਕੀਤੀ ਮਹਾਰਾਜ ਦੀ। ਜੇ ਉਹਨੇ ਹੁਕਮ ਨਹੀਂ ਮੰਨਿਆ ਤਾਂ ਹੁਕਮ ਦੇ ਵਿੱਚ ਹੀ ਉਹ ਨੀਵਾਂ ਚਲਾ ਗਿਆ, ਗੁਰੂ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਨਹੀਂ ਚੜਿਆ। ਅਸੀਂ ਉਹਨੂੰ ਉੱਦਾਂ ਮੱਥਾ ਨਹੀਂ ਟੇਕਦੇ ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਟੇਕਦੇ ਹਾਂ। ਇਸ ਕਰਕੇ ਬਾਬਾ ਲਹਿਣਾ ਕਿੱਥੋਂ ਆਇਆ? ਕੋਈ ਸੀਗਾ ਜਾਣ ਪਛਾਣ, ਕੋਈ ਸੰਪਰਕ ਸੀਗਾ? ਬਾਬਾ ਲਹਿਣਾ ਕਿੱਥੇ ਪੈਦਾ ਹੁੰਦੇ ਨੇ, ਕਿੱਥੇ ਕਿਵੇਂ ਘੁੰਮਦੇ? ਉਹ ਦੇਵੀਆਂ ਦੇ ਚੱਕਰਾਂ 'ਚ ਫਸੇ ਹੋਏ, ਉਹ ਦੇਵੀਆਂ ਦੀ ਯਾਤਰਾ ਕਰਨ ਕਰਾਉਣ ਵਾਲੇ। ਚਲੋ ਦੇਵੀ ਦੀ ਯਾਤਰਾ ਤੇ ਜਾ ਰਹੇ ਸਨ, ਜਿੱਦਣੇ ਖੇਡ ਬਣੀ ਹੈ। ਗੁਰੂ ਸਾਹਿਬ ਜੀ ਦੇ ਸੰਪਰਕ ਵਿੱਚ ਆਏ, ਗੁਰੂ ਸਾਹਿਬ ਜੀ ਦਰਸ਼ਨ ਕੀਤੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਰਹਿਮਤ ਕੀਤੀ, ਚਲੋ ਫਿਰ ਮਹਾਰਾਜ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ। ਫਿਰ ਇਹਨਾਂ ਨੇ ਮਹਾਰਾਜ ਦਾ ਹੁਕਮ ਮੰਨਿਆ, ਐਸਾ ਹੁਕਮ ਮੰਨਿਆ, ਐਸੇ ਹੁਕਮ ਦੀ ਪਰਵਾਹ ਕੀਤੀ, ਜਿਹੜੀ ਗੱਲ ਗੁਰੂ ਸਾਹਿਬ ਨੇ ਕਹਿਤੀ ਨਾ ਬਸ ਉਹਨੂੰ ਮੰਨ ਲਿਆ। ਇਹ ਵੀ ਫਿਰ ਹੁਕਮ ਦੇ ਵਿੱਚ ਹੀ ਸੀ ਵੀ ਭਾਈ ਲਹਿਣਾ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬਣ ਗਏ। ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਜੋਤ ਟਿਕਾ ਦਿੱਤੀ ਔਰ ਸੰਗਤ ਨੂੰ ਕਹਿਤਾ ਭਾਈ ਮੇਰੇ ਅੰਦਰ ਤੇ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਜਾਣਨਾ। ਜਿਹੜਾ ਆਪਣਾ ਪੁੱਤਰ ਸੀ, ਜਿਹਨੂੰ ਪਾਲਿਆ ਪਲੋਸਿਆ, ਔਰ ਬਾਬਾ ਸ਼੍ਰੀ ਚੰਦ ਉਹਨਾਂ ਲਈ ਇਹੋ ਜਿਹੇ ਬਚਨ ਕਹੇ ਨੇ ਕਿਤੇ, ਸਗੋਂ ਇਹ ਬਚਨ ਨੇ ਪੁੱਤਰੀ ਕੌਲ ਨਾ ਪਾਲੇ ਹੋਏ ਵਾਲੇ ਬਚਨ ਆਪਾਂ ਪੜ੍ਹਦੇ ਆ। ਇਹ ਵਾਹਿਗੁਰੂ ਦਾ ਹੁਕਮ ਹੈ ਵੀ ਜੇ ਅਸੀਂ ਮਾੜੇ ਕੰਮ ਕਰਾਂਗੇ ਨੀਵੇਂ ਜਾਵਾਂਗੇ, ਜੇ ਅਸੀਂ ਚੰਗੇ ਕਰਮ ਕਰਾਂਗੇ ਉੱਚੇ ਜਾਵਾਂਗੇ। ਇਹ ਹੁਕਮ ਦੇ ਵਿੱਚ ਹੀ ਹੈ। ਇਹਦਾ ਮਤਲਬ ਕਦਾ ਚੇਤੇ ਨਹੀਂ ਕਰਨਾ ਬਈ ਆਪਾਂ ਤੇ ਹੱਥ ਧਰ ਕੇ ਬਈ ਜੀ ਚਲੋ ਜੀ, ਨੀਵਾਂ ਵੀ ਬੰਦਾ ਉਹਦੇ ਹੁਕਮ 'ਚ ਹੀ ਹੁੰਦਾ, ਬਈ ਵੱਡਾ ਵੀ ਉਹਦੇ ਹੁਕਮ 'ਚ ਹੀ ਹੁੰਦਾ। ਇਹ ਤੇ ਸੱਚ ਹੈ ਵੀ ਵਰਤਦਾ ਤਾਂ ਉਹਦਾ ਭਾਣਾ ਹੀ ਹੈ, ਉਹਦੀ ਮਰਜ਼ੀ ਆ, ਉਹ ਜਿੱਧਰ ਨੂੰ ਮਰਜ਼ੀ ਘੁਮਾ ਦੇ। ਪਰ ਜਿਹੜਾ ਨਿਜ਼ਮ ਹੈ, ਨਿਜ਼ਮ ਇਹ ਹੈ ਵੀ ਜਦੋਂ ਬੰਦਾ ਮਾੜੇ ਕਰਮ ਕਰਦਾ ਤੇ ਮਾੜਾ ਰਿਜ਼ਲਟ ਹੁੰਦਾ ਹੈ, ਚੰਗੇ ਕੰਮ ਕਰਦਾ ਤੇ ਚੰਗਾ ਰਿਜ਼ਲਟ ਹੁੰਦਾ ਹੈ। ਜਿਵੇਂ ਉਹ ਬਾਣੀ ਤੇ ਨਹੀਂ ਹੈ, ਕਈ ਵਾਰ ਆਪਾਂ ਵਚਨ ਸਾਂਝੇ ਕਰਦੇ ਹਾਂ ਵੀ ਜੈਸੀ ਕਰਨੀ ਵੈਸੀ ਭਰਨੀ। ਇਹ ਪ੍ਰਮਾਤਮਾ ਦਾ ਇੱਕ ਸਿਸਟਮ ਹੈ, ਇਹ ਪ੍ਰਮਾਤਮਾ ਦਾ ਇੱਕ ਹੁਕਮ ਹੈ। ਜਿਹੋ ਜਿਹਾ ਮਨੁੱਖ ਕਰਦਾ ਵੈਸੀ ਭਰਨੀ। ਕੁਦਰਤ ਜੈ ਸਿਖਲਾਏ, ਕਾਂਟੇ ਬੋਨੇ ਵਾਲਾ ਜਗ में फूल कहाँ से पाए। ਹੁਣ ਜ਼ਮੀਨ ਦੇ ਵਿੱਚ ਜੋ ਬੀਜਾਂਗੇ ਉਹੀ ਵੱਢਾਂਗੇ, ਜੋ ਬੀਜ ਤਾਂ ਉਹੀ ਪੁੰਗਰੇਗਾ, ਉਹੀ ਉੱਗੇਗਾ। ਕਣਕ ਬੀਜ ਕੇ ਮੱਕੀ ਆਪਾਂ ਕਿਵੇਂ ਲੈ ਸਕਦੇ ਹਾਂ? ਗੰਨਾ ਬੀਜ ਕੇ ਉੱਥੋਂ ਚਰੀ ਕਿਵੇਂ ਲੈ ਸਕਦੇ ਹਾਂ? ਐਸਾ ਤੇ ਨਹੀਂ ਹੋ ਸਕਦਾ ਨਾ। ਇਹ ਹੁਕਮ ਹੈ ਵਾਹਿਗੁਰੂ ਜੀ ਦਾ, ਜੋ ਬੀਜਾਂਗੇ ਵੱਢਾਂਗੇ, ਜੋ ਕਰਾਂਗੇ ਉਹ ਭੁਗਤਾਂਗੇ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ, ਇੱਕ ਨਾ ਹੁਕਮੀ ਬਖਸ਼ੀਸ਼। ਇੱਕ ਰੱਬੀ ਹੁਕਮ ਦੇ ਵਿੱਚ ਜਦੋਂ ਆ ਜਾਂਦੇ ਨੇ, ਰੱਬੀ ਹੁਕਮ ਦੀ ਪਰਵਾਹ ਕਰਦੇ ਨੇ, ਉਹ ਹੁਕਮ ਦੇ ਵਿੱਚ ਹੀ ਬਖਸ਼ਿਸ਼ਾਂ ਹਾਸਲ ਕਰਦੇ ਨੇ। ਇੱਕ ਹੁਕਮ ਹੀ ਸਦਾ ਭਵਾਈ ਹੈ। ਇੱਕ ਜਿਹੜਾ ਸੀ ਜਦੋਂ ਕਹਿ ਲਓ ਵੀ ਉਹ ਗੁਰੂ ਵਾਲੇ ਪਾਸੇ ਨਹੀਂ ਆਉਂਦੇ, ਪਰਮਾਤਮਾ ਵਾਲੇ ਪਾਸੇ ਨਹੀਂ ਆਉਂਦੇ, ਕੋਈ ਗੱਲ ਸੁਣਦੇ ਨਹੀਂ, ਵਿਚਾਰਦੇ ਨਹੀਂ, ਤੇ ਗਲਤ ਕੰਮ ਪੁੱਠੇ ਕੰਮ ਤੇ ਗੁਰੂ ਵੱਲ ਪਿੱਠ ਕੀਤੀ ਹੋਈ ਹੈ। ਯਾਦ ਰੱਖਿਓ ਇਹ ਵੀ ਫਿਰ ਇਹਦਾ ਹੁਕਮ ਹੈ ਵੀ ਉਹਨਾਂ ਨੂੰ ਭਟਕਣਾ 'ਚ ਪੈਣਾ ਪਏਗਾ। ਜੇ ਆਪਾਂ ਸਾਰੇ ਇਹ ਕਹਿ ਦਈਏ ਨਾ ਵੀ ਚਲੋ ਜਿਹੜੇ ਦੁੱਖ ਨੇ, ਗਰੀਬੀਆਂ ਨੇ, ਇਹ ਵੀ ਸਾਰੇ ਸਾਡੇ ਹੁਕਮ ਦੇ ਵਿੱਚ ਹੀ ਹੈ, ਗੁਲਾਮੀ ਹੈ ਇਹ ਵੀ ਹੁਕਮ 'ਚ ਹੀ ਹੈ, ਫਿਰ ਮਹਾਰਾਜ ਨੂੰ ਲੜਾਈਆਂ ਕਰਨ ਦੀ ਲੋੜ ਨਹੀਂ ਸੀ। ਜੇ ਸਾਰਾ ਕੁਝ ਹੁਕਮ ਦੇ ਵਿੱਚ ਹੀ ਆਪਾਂ ਮੰਨਣਾ ਨਾ ਇਦਾਂ, ਫਿਰ ਗੁਰੂ ਸਾਹਿਬ ਜੀ ਨੂੰ ਆਪਣਾ ਪਰਿਵਾਰ ਬੱਚੇ ਛੱਡ ਕੇ ਉਹ ਰੋਹੀਆਂ ਕਲਰਾਂ ਉਜਾੜਾ ਬੀਆ ਬਾਨਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਸੀ। ਨਾਲੇ ਬਾਬੇ ਮਰਦਾਨਾ ਜੀ ਵਰਗਿਆਂ ਨੂੰ ਨਾਲ ਲਿਜਾਣ ਦੀ ਲੋੜ ਨਹੀਂ ਸੀ। ਕਿੰਨੇ ਸਾਲ ਮਹਾਰਾਜ ਬਾਹਰ ਰਹੇ ਨੇ ਔਰ 4 ਉਦਾਸੀਆਂ ਕੀਤੀਆਂ ਨੇ। ਫਿਰ ਸੱਜਣ ਠੱਗ ਨੂੰ ਕਹਿਣ ਦੀ ਕੀ ਲੋੜ ਸੀ ਵੀ ਠੱਗੀਆਂ ਛੱਡ ਦੇ, ਜੇ ਹੁਕਮ ਦੇ ਵਿੱਚ ਹੀ ਕਰ ਰਿਹਾ ਸੀ। ਫਿਰ ਮਹਾਰਾਜ ਨੇ ਨੂਰ ਸ਼ਾਹ ਜਾਦੂਗਰਨੀਆਂ ਨੂੰ ਕਹਿਣ ਦੀ ਕੀ ਲੋੜ ਸੀ ਵੀ ਤੁਸੀਂ ਇਹ ਪੁੱਠੇ ਕੰਮ ਛੱਡੋ, ਜੇ ਹੁਕਮ ਦੇ ਵਿੱਚ ਹੀ ਹੋ ਰਿਹਾ ਸੀ। ਐਸਾ ਨਹੀਂ ਹੈ, ਇਹਨੂੰ ਬਹੁਤ ਬਰੀਕੀ ਦੇ ਵਿੱਚ ਸਮਝਣਾ। ਕਈ ਵਾਰੀ ਅਸੀਂ ਨਾ ਸਾਰਾ ਭਾਂਡਾ ਹੀ ਮਹਾਰਾਜ ਦੇ ਸਿਰ ਭੰਨਣਾ ਚਾਹੁੰਦੇ ਹਾਂ ਵੀ ਜੀ ਮੈਂ ਕੀ ਕਰ ਸਕਦਾ ਸੀ, ਤਾਂ ਹੁਕਮ ਦੇ ਵਿੱਚ ਸੀ। ਬੰਦਾ ਗਲਤ ਕੰਮ ਕਰਕੇ ਨਾ ਜਿਹਨੂੰ ਆਖੇ, ਉਹ ਕਹਿੰਦਾ ਜੀ ਇਹ ਤਾਂ ਹੁਕਮ 'ਚ ਸੀਗਾ। ਫਿਰ ਤਾਂ ਅੱਜ ਜਿਵੇਂ ਆਪਾਂ ਆਮ ਤੌਰ ਤੇ ਕਈ ਵਾਰੀ ਗੱਲਾਂ ਕਰਦੇ ਹਾਂ ਵੀ ਕਿਸੇ ਨੂੰ ਚਲੋ ਚੋਰ ਸੀ, ਕੋਈ ਚੋਰ, ਉਹਨੇ ਬੜੀ ਚੋਰੀ ਕੀਤੀ, ਗਲਤ ਕੰਮ ਕੀਤਾ, ਤੈਨੂੰ ਫੜ ਲਿਆ, ਉਹਨੂੰ ਸਜ਼ਾ ਸੁਣਾਉਣ ਲੱਗੇ, ਕਹਿੰਦੇ ਵੀ ਹਾਂ ਇਹ ਸਾਰਾ ਕੁਝ ਕੀਤਾ। ਕਹਿੰਦਾ ਜੀ ਮੇਰੇ ਤਾਂ ਵਸੇ ਕੁਝ ਨਹੀਂ।
ਉਹ ਕਹਿਣ ਲੱਗਿਆ ਤੁਹਾਡਾ ਸਾਰਾ ਕੁਝ ਹੁਕਮ ਦੇ ਵਿੱਚ ਹੀ ਹੈ। ਜਦੋਂ ਜੱਜ ਨੇ ਸਜ਼ਾ ਸੁਣਾਈ ਨਾ ਉਹਨੂੰ ਵੀ ਤੈਨੂੰ 10 ਸਾਲ ਦੀ ਸਜ਼ਾ ਹੈਗੀ ਆ ਜਾਂ 20 ਸਾਲ ਦੀ ਜਿੰਨੀ ਵੀ, ਉਹ ਕਹਿੰਦਾ ਜੀ ਵੀ ਮੇਰੇ ਵੱਸ ਕੀ ਸੀ। ਸਾਰੇ ਕਹਿੰਦੇ ਨੇ ਧਾਰਮਿਕ ਲੋਕ ਵੀ ਬੰਦੇ ਦੇ ਵੱਸ ਤਾਂ ਹੈ ਹੀ ਕੁਝ ਨਹੀਂ, ਵਾਹਿਗੁਰੂ ਜੋ ਕਰਾਉਂਦਾ ਬੰਦਾ ਉਹੀ ਕਰਦਾ, ਵੀ ਮੇਰੇ ਵੱਸ ਕੀ ਸੀ, ਤੁਸੀਂ ਮੈਨੂੰ ਐਵੇਂ ਸਜ਼ਾ ਦੇਈ ਜਾਂਦੇ ਹੋ, ਮੈਥੋਂ ਹੋ ਗਿਆ ਜਾਂ ਮੈਥੋਂ ਰੱਬ ਨੇ ਕਰਾਇਆ। ਕਹਿੰਦਾ ਹੁਕਮ ਤਾਂ ਉਹਦਾ ਹੀ ਵਰਤਦਾ। ਉਹ ਜੱਜ ਸਿਆਣਾ ਸੀਗਾ, ਉਹ ਕਹਿੰਦਾ ਚੱਲ ਫਿਰ ਜੇ ਹੁਕਮ ਦੇ ਵਿੱਚ ਤੇਤੋਂ ਹੋ ਗਿਆ, ਇਹ ਵੀ ਹੁਕਮ ਹੈ ਵੀ ਮੈਂ ਵੀ ਉਹਦੇ ਹੁਕਮ 'ਚ ਸਜ਼ਾ ਸੁਣਾ ਰਿਹਾ, ਚੱਲ 10 ਸਾਲ ਜੇਲ੍ਹ 'ਚ, ਇਹ ਵੀ ਇਹਦੇ ਹੁਕਮ 'ਚ ਹੀ ਹੈ। ਮਤਲਬ ਕੀ ਹੈ, ਇਹ ਚੀਜ਼ ਨੂੰ ਆਪਾਂ ਸਮਝਣਾ। ਕਈ ਵਾਰੀ ਆਪਾਂ ਸਾਰਾ ਭਾਂਡਾ ਕਿਸੇ ਦੇ ਸਿਰ ਭੰਨ ਦਿੰਦੇ ਆ। ਮਹਾਰਾਜ ਨੇ ਬਾਣੀ 'ਚ ਬਿਲਕੁਲ ਆਖਿਆ, ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੈ। ਜੇ ਕੋਈ ਨੀਵੇਂ ਆ ਜਾਂ ਉੱਚੇ ਹੋਏ ਆ ਜਾਂ ਕੋਈ ਇਸ ਤਰ੍ਹਾਂ ਦਾ ਦੁੱਖ ਸੁੱਖ ਹੈ, ਇਹ ਅਸੀਂ ਵੇਖਣਾ ਹੈਗਾ ਵੀ ਇਹਦੇ ਵਿੱਚ ਮੇਰਾ ਕੀ ਰੋਲ ਹੈ। ਹੁਣ ਬੱਚਾ ਸਾਲ ਭਰ ਪੜ੍ਹੇ ਨਾ, ਪੜ੍ਹਾਈ ਨਾ ਕਰੇ, ਰਿਜ਼ਲਟ ਆ ਗਿਆ, ਫੇਲ ਹੋ ਗਿਆ, ਤੇ ਬਾਪੂ ਝਿੜਕਦਾ, ਮਾਂ ਝਿੜਕਦੀ ਹੈ। ਉਹ ਕਹਿ ਦੇ ਬਾਪੂ ਤੂੰ ਰੋਜ਼ ਤਾਂ ਗੁਰਦੁਆਰੇ ਜਾਣਾ, ਸਿੱਖ ਕੇ ਕੁਝ ਵੀ ਨਹੀਂ ਆਉਂਦਾ। ਮਾਤਾ ਤੂੰ ਰੋਜ਼ ਕਥਾ ਸੁਣ ਕੇ ਆਨੀ ਹੈ, ਤੈਨੂੰ ਪਤਾ ਨਹੀਂ ਵੀ ਹੁਕਮ ਦੇ ਵਿੱਚ ਹੀ ਮੈਂ ਫੇਲ ਹੋਇਆ। ਐਸਾ ਤੇ ਨਹੀਂ ਹੈ। ਫਿਰ ਮਾਂ ਵੀ ਕਹੇਗੀ ਵੀ ਹੁਕਮ ਦੇ ਵਿੱਚ ਜੇ ਫੇਲ ਹੋਇਆ ਨਾ, ਤੇ ਫਿਰ ਸਜ਼ਾ ਵੀ ਹੁਕਮ ਦੇ ਵਿੱਚ ਹੀ ਮਿਲੇਗੀ। ਇਹ ਚੀਜ਼ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਨਾ। ਬਹੁਤਾਤ ਅਸੀਂ ਇੱਥੇ ਰੁਕ ਜਾਂਦੇ ਆ ਵੀ ਚਲੋ ਜੀ ਪਰਮਾਤਮਾ ਨੇ ਜਿਵੇਂ ਕਰਨਾ ਹੈ, ਪਰਮਾਤਮਾ ਸਾਨੂੰ ਮਹਾਰਾਜ ਨੇ ਇਸ਼ਾਰੇ ਕੀਤੇ ਨੇ। ਤੁਸੀਂ ਜੇ ਚਾਹੋ ਨਾ ਮਹਾਰਾਜ ਦੇ ਇਸ਼ਾਰੇ ਸਮਝੀਏ, ਆਪਾਂ ਰੱਬ ਦਾ ਰੂਪ ਹੋ ਸਕਦੇ ਆ, ਆਪਾਂ ਪਰਮੇਸ਼ਰ ਵਿੱਚ ਭੇਦਤਾ ਹਾਸਲ ਕਰ ਸਕਦੇ ਆ, ਜਨਮ ਮਰਨ ਆਪਣਾ ਕੱਟ ਸਕਦੇ ਆ, ਜੀਵਨ ਸਵਾਰ ਸਕਦੇ ਆ। ਪਰ ਜੇ ਸਮਝਣਾ ਹੀ ਨਹੀਂ ਹੈ, ਫਿਰ ਇਹ ਜੀਵਨ ਦੀ ਬਾਜੀ ਹਾਰ ਵੀ ਸਕਦੇ ਆ, ਫਿਰ ਕੌਡੀਆਂ ਦੇ ਭਾਅ ਵੀ ਜਾ ਸਕਦਾ ਜੀਵਨ। ਇਸ ਕਰਕੇ ਇਹ ਹੁਕਮ ਦੀ ਜਿਹੜੀ ਵਿਆਖਿਆ ਬਹੁਤ ਵਿਸ਼ਾਲ ਹੈ, ਬਹੁਤ ਵੱਡੀ ਹੈ, ਕਹਿਆ ਤੇ ਨਹੀਂ ਜਾ ਸਕਦਾ। ਪਰ ਜਿੰਨੀ ਕੁ ਮਹਾਰਾਜ ਕਿਰਪਾ ਕਰਦੇ ਨੇ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ। ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੈ, ਹੁਕਮ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿੰਨੇ ਵੀ ਜੀਵ ਉਹਦੇ ਹੁਕਮ ਦੇ ਵਿੱਚ ਨੇ। ਹੁਕਮ ਮਿਲੇ ਵਡਿਆਈ, ਜੇ ਕਿਸੇ ਨੂੰ ਵਡਿਆਈ ਮਿਲਦੀ ਹੈ, ਜੇ ਕਿਸੇ ਨੂੰ ਕੋਈ ਜਸ ਮਿਲਦਾ ਹੈ, ਤਾਂ ਉਹਦੀ ਮਿਹਨਤ ਦਾ ਸਦਕਾ, ਉਹਦੀ ਮਸ਼ੱਕਤ ਦਾ ਸਦਕਾ, ਉਹਦੀ ਬਦੌਲਤ ਸਾਰਾ ਕੁਝ ਵਾਹਿਗੁਰੂ ਜੀ ਦੀ ਕਿਰਪਾ ਤੇ ਵਾਪਰਦੀ ਹੋਵੇ। ਐਸਾ ਕਦੇ ਹੋਇਆ ਅੱਜ ਤੱਕ ਬਈ ਬੰਦਾ ਜਦੋਂ ਦਾ ਜੰਮਿਆ ਜੀ ਉਹ ਤਾਂ ਸੁੱਤਾ ਹੀ ਰਹਿੰਦਾ ਬਸ, ਜਾਂ ਉਹ ਤਾਂ ਮਤਲਬ ਬਿਲਕੁਲ ਵੀ ਕਿਸੇ ਨਾ ਉਹਨੇ ਕੋਈ ਪੜ੍ਹਨਾ, ਨਾ ਕੁਝ ਸੁਣਨਾ, ਨਾ ਕਿਤੇ ਕੋਈ ਕੰਮ ਕਰਨਾ, ਤੇ ਜਾਂ ਉਹਨੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਵੀ ਲੋਕ ਉਹਨੂੰ ਜਿਹੜਾ ਸੀ ਸਤਿਕਾਰ ਦੇਣ। ਇਹ ਤਾਂ ਹੁਕਮ ਦੇ ਵਿੱਚ ਵਡਿਆਈ ਜੇ ਹੈ ਉਹਨਾਂ ਨੂੰ ਮਿਲੀ ਹੈ ਜਿਨ੍ਹਾਂ ਨੇ ਆਪਣੀਆਂ ਮਿਹਨਤਾਂ ਕੀਤੀਆਂ ਨੇ, ਮਸ਼ੱਕਤਾਂ ਹਾਸਲ ਕੀਤੀਆਂ ਨੇ, ਨਾਮ ਉਹਨਾਂ ਦੇ ਹੋਏ ਨੇ। ਐਸਾ ਨਹੀਂ ਹੈ। ਆਹ ਚੀਜ਼ ਨੂੰ ਥੋੜਾ ਸਮਝਣਾ। ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ, ਨੀਚ ਉੱਚਾ ਵੀ ਬੰਦਾ ਹੁਕਮ ਦੇ ਵਿੱਚ ਤੇ ਨੀਵਾਂ ਵੀ ਹੁਕਮ ਦੇ ਵਿੱਚ ਹੀ ਹੁੰਦਾ। ਨਹੀਂ ਤਾਂ ਇੱਕ ਚੀਜ਼ ਹੋਰ, ਭਗਤ ਰਵਿਦਾਸ ਸਾਹਿਬ ਜੀ ਵਰਗਿਆਂ ਨੇ ਕਹਿ ਦੇਣਾ ਸੀ ਵੀ ਠੀਕ ਹੈ ਅਸੀਂ ਚਮਾਰਾਂ ਦੇ ਘਰ 'ਚ ਪੈਦਾ ਹੋ ਗਏ, ਰੱਬ ਦਾ ਹੁਕਮ ਹੈ, ਕੋਈ ਗੱਲ ਨਹੀਂ। ਉਹਨਾਂ ਨੇ ਤਾਂ ਕਬੀਰ ਸਾਹਿਬ ਨੂੰ ਮੰਨ ਲੈਣਾ ਚਾਹੀਦਾ ਸੀ, ਕੋਈ ਨਹੀਂ ਜੇ ਜੁਲਾਹਿਆਂ ਦੇ ਘਰ 'ਚ ਪੈਦਾ ਹੋ ਗਏ, ਰੱਬ ਦਾ ਹੁਕਮ ਹੈ ਵੀ ਕੋਈ ਗੱਲ ਨਹੀਂ। ਹੁਣ ਜਿਵੇਂ ਬ੍ਰਾਹਮਣ ਸਾਡੇ ਨਾਲ ਧੱਕਾ ਕਰ ਰਿਹਾ, ਸਹਾਂਗੇ ਭਾਈ, ਸਾਨੂੰ ਰੱਬ ਨੇ ਜਦੋਂ ਪੈਦਾ ਹੀ ਨੀਵਿਆਂ 'ਚ ਕਰਤਾ, ਸਾਨੂੰ ਸ਼ੂਦਰਾਂ ਦੇ ਘਰ 'ਚ ਪੈਦਾ ਕਰਤਾ, ਹੁਣ ਬ੍ਰਾਹਮਣ ਦੀਆਂ ਗੱਲਾਂ ਤੇ ਮੰਨਣੀਆਂ ਹੀ ਪੈਣਗੀਆਂ, ਉਹਦੇ ਗੋਡੇ ਤਾਂ ਘੁੱਟਣੇ ਹੀ ਪੈਣਗੇ, ਉਹਦੇ ਚਰਨ ਤਾਂ ਘੁੱਟਣੇ ਹੀ ਪੈਣਗੇ। ਸਾਨੂੰ ਤਾਂ ਰੱਬ ਦਾ ਹੁਕਮ ਹੈ। ਕਿਤੇ ਕਬੀਰ ਸਾਹਿਬ ਨੇ ਆਖੀ ਹੈ ਗੱਲ, ਕਦੇ ਰਵਿਦਾਸ ਸਾਹਿਬ ਨੇ ਆਖੀ ਹੈ? ਜੇ ਕਿਤੇ ਉਹ ਇਹ ਕਹਿੰਦੇ ਵੀ ਰੱਬ ਦੇ ਹੁਕਮ ਦੇ ਵਿੱਚ ਮੈਂ ਛੋਟਿਆਂ ਦੇ ਘਰ 'ਚ ਪੈਦਾ ਹੋਇਆ, ਬ੍ਰਾਹਮਣ ਵੱਡਾ ਹੈ, ਤਾਂ ਉਹ ਇਹ ਕਦੇ ਨਾ ਕਹਦੇ ਜਾਓ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ। ਉਹਨਾਂ ਨੇ ਫਿਰ ਕਿਉਂ ਐਸਾ ਆਖਿਆ ਵੀ ਯਾਰ ਤੂੰ ਆਪਣੇ ਆਪ ਨੂੰ ਰੱਬ ਬਣਿਆ ਫਿਰਦਾ ਤੇ ਸਾਨੂੰ ਪੈਰਾਂ ਹੇਠ ਲਤਾੜੀ ਜਾਂਦਾ, ਇਹ ਤਾਂ ਤੂੰ ਨਿਰੀ ਕਾਣੀ ਵੰਡ ਕਰ ਰਿਹਾ, ਇਹ ਤਾਂ ਧੱਕਾ ਕਰ ਰਿਹਾ। ਕਬੀਰ ਸਾਹਿਬ ਫਿਰ ਐਸਾ ਕਿਉਂ ਕਹਿ ਰਹੇ ਨੇ ਵੀ ਤੂੰ ਇਹ ਸਾਡੇ ਨਾਲ ਧੱਕਾ ਕਰ ਰਿਹਾ ਜੇ ਹੁਕਮ ਹੀ ਉੱਤਮ ਨੀਚ ਹੈ, ਜੇ ਹੁਕਮ ਦੇ ਵਿੱਚ ਹੀ ਨੀਵਿਆਂ ਦੇ ਘਰ ਦੇ ਵਿੱਚ ਤੇ ਉੱਚਿਆਂ ਦੇ ਘਰ ਦੇ ਵਿੱਚ ਪੈਦਾ ਹੋਣਾ। ਮਹਾਰਾਜ ਜਿਹੜੀ ਗੱਲ ਸਮਝਾ ਰਹੇ ਨੇ, ਕਹਿੰਦੇ ਨੇ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ। ਇਹ ਵੀ ਮਨੁੱਖ ਦਾ ਲਿਖਿਆ ਜਾਂਦਾ ਹੈ। ਜਿਹੜੇ ਕਰਮ ਨੇ ਉਹੀ ਸਾਡੇ ਦੁੱਖ ਵੰਡਣੇ ਨੇ, ਜਿਹੜੇ ਕਰਮ ਨੇ ਉਹੀ ਸਾਡੇ ਸੁੱਖ ਵੰਡਣੇ ਨੇ। ਜਿਨ੍ਹਾਂ ਨੇ ਬਚਪਨ 'ਚ ਮਸ਼ੱਕਤਾਂ ਕੀਤੀਆਂ, ਪੜ੍ਹਾਈਆਂ ਕੀਤੀਆਂ, ਰੱਜ ਕੇ ਜਿਹੜਾ ਸੀ ਆਪਣੇ ਉਸਤਾਦਾਂ ਦੀਆਂ ਮਾਰਾਂ ਵੀ ਝੱਲੀਆਂ, ਹੁਕਮ ਵੀ ਝੱਲੇ, ਮਾਵਾਂ ਦੀਆਂ ਸਿੱਖਿਆਂ ਵੀ ਲੜ ਬੰਨ ਲਈਆਂ, ਬਾਪੂ ਦੀਆਂ ਝੜਕਾਂ ਦਾ ਵੀ ਇਤਰਾਜ਼ ਨਹੀਂ ਕੀਤਾ, ਉਹ ਬੰਦੇ ਨਾਮ ਕਮਾਉਂਦੇ ਨੇ, ਉਹਨਾਂ ਦਾ ਨਾਮ ਬਣਦਾ। ਪਰ ਜਿਹੜੇ ਬਾਪੂ ਦੀ ਝੜਕ ਤੋਂ ਘਰੋਂ ਭੱਜ ਜਾਂਦੇ ਨੇ, ਮਾਂ ਦੀ ਝੜਕ ਤੇ ਗਲਾ ਫੜਨ ਤੱਕ ਜਾਂਦੇ ਨੇ, ਟੀਚਰ ਦੀ ਮਾਰ ਤੋਂ ਸਕੂਲ ਛੱਡ ਜਾਂਦੇ ਨੇ, ਕਦੇ ਉਹਨਾਂ ਨੂੰ ਵਡਿਆਈਆਂ ਮਿਲੀਆਂ ਨੇ ਭਲਾ? ਕਦੇ ਉਹਨਾਂ ਨੂੰ ਮਾਣ ਸਨਮਾਨ ਮਿਲੇ ਨੇ? ਮਹਾਰਾਜ ਕਹਿੰਦੇ ਨੇ ਇਹ ਸਾਰਾ ਕੁਝ ਇਹ ਹੁਕਮ ਨੂੰ ਸਮਝਣਾ ਬਸ।
ਅਸੀਂ ਇਹ ਸਾਰਾ ਦੋਸ਼ ਕਿਸੇ ਤੇ ਦੇ ਹੀ ਨਹੀਂ ਜਾਣਾ। ਇੱਕ ਨਾ ਹੁਕਮੀ ਬਖਸ਼ੀਸ਼, ਇਹ ਵਾਹਿਗੁਰੂ ਜੀ ਦਾ ਹੀ ਹੁਕਮ ਹੈ ਬਈ ਇੱਕ ਨਾ ਨੂੰ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ ਔਰ ਇੱਕ ਨਾ ਨੂੰ ਭਟਕਣਾ ਦੇ ਵਿੱਚ ਪੈਣਾ ਪੈਂਦਾ ਹੈ, ਇੱਕ ਨਾ ਨੂੰ ਜਨਮ ਮਰਨ ਦੇ ਗੇੜ 'ਚ ਪੈਣਾ ਪੈਂਦਾ। ਦੇਖੋ ਮਹਾਰਾਜ ਕਹਿੰਦੇ ਮਨੁੱਖਾ ਜਨਮ ਮਿਲ ਗਿਆ ਨਾ ਸਾਨੂੰ, ਹੁਣ ਇਹ ਆਪਾਂ ਵੇਖਣਾ ਜੇ ਤਾਂ ਭਟਕਣਾ 'ਚ ਪੈਣਾ ਹੈ ਫਿਰ ਤਾਂ ਆਪਾਂ ਮਰਿਆਦਾ ਦੀਆਂ ਧੱਜੀਆਂ ਉਡਾ ਦਈਏ, ਭਾਵੇਂ ਜਿੱਧਰ ਨੂੰ ਜੀ ਕਰਦਾ ਉਧਰ ਨੂੰ ਪਸ਼ੂਆਂ ਵਾਂਗ ਤੁਰੇ ਫਿਰੇ ਰਹੀਏ, ਉਦਾਂ ਦਾ ਜੀਵਨ ਜਿਉਈਏ, ਫਿਰ ਤੇ 84 ਲੱਖ ਜੂਨਾਂ ਦੇ ਭਟਕਣਾ 'ਚ ਪਵਾਂਗੇ, ਸਾਨੂੰ ਕੋਈ ਨਹੀਂ ਕੱਢ ਸਕਦਾ। ਪਰ ਜੇ ਅਸੀਂ ਮਹਾਰਾਜ ਦੇ ਹੁਕਮ ਨੂੰ ਸਮਝ ਕੇ ਆਪਣੇ ਜੀਵਨ ਨੂੰ ਮਰਿਆਦਾ 'ਚ ਲਿਆਂਦਾ, ਆਪਣੇ ਆਪ ਨੂੰ ਸਬਰ ਸੰਤੋਖ 'ਚ ਲਿਆਂਦਾ, ਬਾਣੀ ਦੇ ਅਨੁਸਾਰ ਚੱਲੇ, ਗੁਰੂ ਸਾਹਿਬ ਦੇ ਬਚਨ ਕਮਾਏ, ਯਾਦ ਰੱਖਿਓ ਵਡਿਆਈ ਤੁਹਾਨੂੰ ਮਿਲਣੀ ਹੈ, ਤੁਹਾਨੂੰ ਕੋਈ ਵਡਿਆਈ ਤੋਂ ਪਾਸੇ ਨਹੀਂ ਕਰ ਸਕਦਾ। ਜਿਹੜੀ ਮਿਹਨਤ ਹੈ ਨਾ, ਮਹਾਰਾਜ ਨੇ ਤੁਹਾਡੇ ਕਰਮਾਂ ਦੇ ਮੁਤਾਬਕ ਫੈਸਲਾ ਕਰਨਾ ਹੈਗਾ। ਇਸ ਕਰਕੇ ਹੁਕਮੀ ਇੱਕ ਨਾ ਹੁਕਮੀ ਬਖਸ਼ੀਸ਼, ਇਹ ਇਤਰਾਜ਼ ਨਹੀਂ ਕਹਿਣਾ ਚਾਹੀਦਾ ਲਓ ਜੀ ਰੱਬ ਤਾਂ ਇਹਨਾਂ ਤੇ ਬੜੀਆਂ ਹੀ ਰਹਿਮਤਾਂ ਕਰੀ ਜਾਂਦਾ, ਇਹਨਾਂ ਨੂੰ ਜਮਾ ਹੀ ਇਤਰਾਜ਼ ਕੀਤਾ। ਮਹਾਰਾਜ ਨੇ ਤੇ ਆਪਣੇ ਪੁੱਤਰਾਂ ਤੇ ਭਾਈ ਲਹਿਣੇ 'ਚ ਫਰਕ ਨਹੀਂ ਕੀਤਾ, ਉਹ ਵਾਕਿਆਂ ਦੀ ਕਿਹਦੇ 'ਚ ਕਰੇਗਾ? ਉਹਨਾਂ ਨੇ ਤਾਂ ਫਰਕ ਰੱਖਿਆ ਹੀ ਨਹੀਂ। ਜੇ ਐਸਾ ਹੁੰਦਾ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਆਪਣੇ 2 ਪੁੱਤਰਾਂ ਨੂੰ ਪਾਸੇ ਕਰਕੇ ਅਮਰੂ ਨਥਾਵੇ ਨੂੰ ਭਲਾ ਮਾਣ ਦਿੰਦੇ? ਐਸਾ ਨਹੀਂ ਹੈ। ਇਸ ਕਰਕੇ ਕਦਾ ਚਿੱਤੇ ਮਨ 'ਚ ਨਹੀਂ ਆਉਣਾ ਚਾਹੀਦਾ। ਜੇ ਭਟਕਣਾ ਚਾਹ ਤਾਂ ਇਹ ਸਾਡੇ ਕਰਮ ਨੇ ਤੇ ਪ੍ਰਮਾਤਮਾ ਦਾ ਇੱਕ ਸਿਸਟਮ ਚੱਲ ਰਿਹਾ ਹੈ। ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹ ਤੋਂ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਉਹਦਾ ਜਿਹੜਾ ਸਿਸਟਮ ਬਣਾਇਆ ਹੋਇਆ, ਉਹਦੇ ਸਿਸਟਮ ਤੋਂ ਬਾਹਰ ਕੋਈ ਨਹੀਂ ਹੈ। ਸੂਰਜ ਉਹਦੇ ਹੁਕਮ 'ਚ ਚੜ੍ਹਦਾ, ਉਹਦੇ ਹੁਕਮ ਛਿਪਦਾ, ਕੱਲ ਨੂੰ ਉਹਦੇ ਹੁਕਮ 'ਚੋਂ ਬਾਹਰ ਹੋ ਜਾਏ ਕੀ ਹੋਵੇਗਾ? ਸੋਚ ਕੇ ਦੇਖੋ। ਇਸ ਕਰਕੇ ਹੁਕਮ ਹੈ ਅੰਦਰ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੈ। ਜੇ ਸਜ਼ਾਵਾਂ ਕਿਸੇ ਨੂੰ ਮਿਲਦੀਆਂ ਨੇ ਤਾਂ ਉਹਨਾਂ ਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੀ ਮਿਲਦੀਆਂ ਨੇ, ਜੋ ਇੱਕ ਕਾਨੂੰਨ ਬਣਾਇਆ ਹੋਇਆ। ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ, ਹਰ ਦੇਸ਼ ਦਾ ਆਪਣਾ ਕਾਨੂੰਨ, ਉਹਨੂੰ ਆਪਾਂ ਫਾਲੋ ਕਰਾਂਗੇ। ਜੇ ਤਾਂ ਤੁਸੀਂ ਉਹਨੂੰ ਫਾਲੋ ਕਰਦੇ ਹੋ, ਉਹਦੇ ਮੁਤਾਬਕ ਚੱਲਦੇ ਹੋ, ਤੁਹਾਨੂੰ ਫੈਸਿਲਿਟੀਜ਼ ਵੀ ਮਿਲਣਗੀਆਂ, ਤੁਹਾਨੂੰ ਸਹੂਲਤਾਂ ਵੀ ਮਿਲਣਗੀਆਂ, ਤੁਹਾਨੂੰ ਕਈ ਭੱਤੇ ਵੀ ਮਿਲ ਸਕਦੇ ਨੇ, ਕਈ ਕੁਝ ਹੁੰਦਾ ਹੈ। ਜੇ ਆਪਾਂ ਉਹਦੇ ਉਲਟ ਚੱਲਦੇ ਹਾਂ ਤੇ ਫਿਰ ਜਿਹੜਾ ਸੀ ਸਾਡੇ ਕੋਲੇ ਸਾਨੂੰ ਕੁਝ ਵੀ ਨਹੀਂ ਮਿਲਦਾ। ਆ ਕਾਨੂੰਨ ਬਣੇ ਹੋਏ ਨੇ, ਕਿੰਨਾ ਹੀ ਕੁਝ ਜਿਹੜਾ ਸੀ ਇਹਨੂੰ ਫਾਲੋ ਕਰਨ ਤੇ ਗੱਲ ਖੜੀ ਹੈ। ਤੇ ਹੁਣ ਦੂਰ ਨਾ ਜਾਓ, ਚਲੋ ਇੱਥੇ ਆਪਾਂ ਵੇਖੀਏ ਵੀ ਬੰਦਾ ਕੋਈ, ਕਿਉਂਕਿ ਸਾਰਾ ਪੰਜਾਬ ਬਾਹਰ ਨੂੰ ਤੁਰਿਆ ਜਾ ਰਿਹਾ ਹੈ। ਸਾਰੇ ਪੰਜਾਬ ਦੇ ਲੋਕਾਂ ਦੀ ਇੱਛਾ ਹੈ। ਅੱਗੇ ਤੇ ਇਕੱਲੇ ਬੱਚੇ ਜਾਂਦੇ ਸੀ, ਕਮਾ ਕੇ ਭੇਜਦੇ ਸੀ, ਹੁਣ ਬੱਚਾ ਜਾਂਦਾ ਨਾਲੇ ਪਹਿਲਾਂ ਤਾਂ ਪਤਨੀ ਉੱਥੋਂ ਦੀ ਢੂੰਡੀ ਜਾਂਦੀ ਹੈ। ਲੜਕੀ 90% ਸਾਨੂੰ ਵੀ ਫੋਨ, ਬਾਬਾ ਜੀ ਲੜਕੀ ਦਾ ਰਿਸ਼ਤਾ ਕਰਨਾ ਪਰ ਕੈਨੇਡੀਅਨ ਹੋਵੇ, ਜਿੰਨੇ ਤੁਸੀਂ ਅਖਬਾਰ ਦੇਖ ਲਿਓ ਵੀ, ਤੇ ਉੱਥੋਂ ਲੜਕੀਆਂ ਢੂੰਡੀਆਂ ਜਾਂਦੀਆਂ ਨੇ। ਚਲੋ ਜੇ ਕੋਈ ਇੱਥੋਂ ਲੈ ਵੀ ਲਈ, ਉਹਨੂੰ ਵੀ ਨਾਲੋਂ ਨਾਲ ਚੱਲ ਪਈ ਉੱਥੇ, ਫਿਰ ਮਾਂ ਵੀ ਤੇ ਪਿਤਾ ਵੀ, ਸਾਰੇ ਪਰਿਵਾਰਾਂ ਦੇ ਪਰਿਵਾਰ ਹੁਣ ਜਾਣ ਲੱਗੇ ਨੇ। ਟ੍ਰੈਂਡ ਇਹ ਜਿਹੜਾ, ਇਹ ਨਵਾਂ ਟ੍ਰੈਂਡ ਔਰ ਬੜਾ ਖਤਰਨਾਕ ਟ੍ਰੈਂਡ ਹੈ, ਇਹ ਬੜਾ ਮਾੜਾ ਰੁਝਾਨ ਹੈ। ਮੈਂ ਬੇਨਤੀ ਕਰ ਰਿਹਾ ਸੀ ਵੀ ਉੱਥੇ ਚਲੇ ਗਏ, ਇੱਕ ਬੱਚੇ ਉਹ ਵੀ ਨੇ ਜਿਨ੍ਹਾਂ ਨੇ ਉੱਥੋਂ ਦੇ ਪਰਵਾਹ ਨਹੀਂ ਕੀਤੀ ਹੁਕਮ ਦੀ, ਜੋ ਸਰਕਾਰਾਂ ਦੀ ਪਰਵਾਹ ਹੈ ਨਾ, ਉਹਨਾਂ ਨੇ ਕੁਝ ਵੀ, ਉਹਨਾਂ ਨੂੰ 15 ਸਾਲ ਹੋ ਗਏ, ਕੋਈ ਉਹਨਾਂ ਨੂੰ ਉੱਥੇ ਜਿਹੜਾ ਸੀ ਉਹ ਇਉਂ ਕਹਿ ਲਓ ਵੀ ਤਰੱਕੀ ਨਹੀਂ ਕੀਤੀ, ਜਾਂ ਕਿਸੇ ਪੱਕੇ ਨਹੀਂ ਹਾਲੇ ਤੱਕ ਹੋਏ। ਉਹਨਾਂ ਨੂੰ ਉੱਥੋਂ ਦੀਆਂ ਜਿਹੜੀਆਂ ਸਹੂਲਤਾਂ ਨੇ ਕਿਸੇ ਨੂੰ ਨਹੀਂ ਮਿਲ ਰਹੀਆਂ ਹਾਲੇ, ਪਰ ਕੁਝ 2 ਸਾਲਾਂ 'ਚ ਪੱਕੇ ਹੋ ਜਾਂਦੇ ਨੇ, 2.5 ਸਾਲਾਂ 'ਚ ਪੱਕੇ ਹੋ ਜਾਂਦੇ ਨੇ। ਕਾਰਨ ਜਿਨ੍ਹਾਂ ਨੇ ਉਹਨਾਂ ਦੇ ਹੁਕਮ ਦੇ ਮੁਤਾਬਕ ਚੱਲਣਾ ਕੀਤਾ। ਉੱਥੇ ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ, ਹੁਣ ਕੋਈ ਉੱਥੋਂ ਦੀ ਕੈਨੇਡਾ ਦੀ ਸਰਕਾਰ ਨੂੰ ਤਾਂ ਇਹ ਪਤਾ ਨਹੀਂ ਨਾ ਹੈਗਾ ਵੀ ਇਹ ਦੋਨੇ ਆਂਢੀ ਗੁਆਂਢੀ ਨੇ ਵੀ ਇੱਕ ਨੂੰ ਪੱਕਾ ਕਰਨਾ, ਇੱਕ ਨੂੰ ਕੱਚਾ ਹੀ ਰੱਖਣਾ। ਉੱਥੇ ਤੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਕਿੱਥੋਂ ਹੈਗਾ। ਉਹਨਾਂ ਨੇ ਵੇਖਣਾ ਵੀ ਇਹਨਾਂ ਦਾ ਕੰਮ ਠੀਕ ਹੈ, ਇਹਨਾਂ ਦਾ ਚੱਲਣ ਠੀਕ ਹੈ, ਇਹ ਟਾਈਮ ਸਿਰ ਸਾਰਾ ਕੁਝ ਕਰਦੇ ਨੇ, ਜੋ ਕਾਨੂੰਨ ਹੈ ਉਹਨੂੰ ਫਾਲੋ ਕਰਦੇ ਨੇ, ਜੋ ਨਿਯਮ ਹੈ ਉਹਨੂੰ ਫਾਲੋ ਕਰਦੇ ਨੇ। ਉੱਥੇ ਸਾਡੇ ਵਾਂਗ ਸਿਫਾਰਸ਼ਾਂ ਕਰਨ ਦੀ ਲੋੜ ਨਹੀਂ ਹੈ, ਟਾਈਮ ਸਿਰ ਫਿਰ ਸਾਰਾ ਕੁਝ ਪੱਕਾ ਹੋ ਜਾਂਦਾ। ਨਹੀਂ ਫਿਰ ਉੱਥੇ ਜਿੰਨਾ ਮਰਜ਼ੀ, ਤੇ 20 ਸਾਲ ਲੋਕਾਂ ਨੂੰ 40 ਸਾਲ ਹੋ ਗਏ, ਜਿਨ੍ਹਾਂ ਨੇ ਪਹਿਲਾਂ ਪਰਵਾਹ ਨਹੀਂ ਨਾ ਕੀਤੀ, ਫਿਰ ਉਹ ਨਾ ਇੱਧਰ ਦੇ ਨਾ ਉੱਧਰ ਦੇ। ਇੱਕ ਬਜ਼ੁਰਗ ਮਿਲੇ 55-60 ਸਾਲ ਦੇ, ਮੈਂ ਬਾਬੇ ਉਹ ਪਿੰਡ ਨਹੀਂ ਜਾਂਦੇ ਕਦੇ? ਕਹਿੰਦੇ ਗਿਆਨੀ ਜੀ ਨਾ ਯਾਦ ਕਰੋ, 35 ਸਾਲ ਹੋ ਗਏ। ਕਹਿੰਦੇ ਛੋਟੇ ਬੱਚਿਆਂ ਨੂੰ ਛੱਡ ਕੇ ਆਏ ਸੀਗੇ, ਛੋਟੇ ਸੀ। ਮੈਂ ਕਿਹਾ ਹੁਣ? ਕਹਿੰਦੇ ਵਿਆਹੇ ਬਰੇ ਗਏ। ਮੈਂ ਕਿਹਾ ਨਹੀਂ, ਕਹਿੰਦੇ ਬਸ
क्योंकि असीं इत्थे पहलां पैसिਆਂ ਦਾ ਲਾਲਚ कर लिया, कानून कानून की परवाह नहीं की, तजीह उड़ाई गए। हुण असीं जिहड़ा मतलब इउं कह लो भी ना असीं पक्के होए आ, PR नहीं होए, सरकार दी नज़रां 'च असीं दोषी आ, ना असीं इधर जाणदे। हुण ते कहंदे बस इत्थे ही मौत होऊगी, पता नहीं की होऊगा, बस अखां 'च घसुन्न दे के रोंदे सी। इसे तरह असीं संसार विच आने आ, इत्थे भी साडा इसे तरह का जिन्हां ने इत्थे संगे ढंग दे नाल जीना कीता है, फिर ते रब दी दरगाह दे विच भी थां मिलेगी। पर जिन्हां ने इत्थे आके परवाह ही नहीं की उस रब्बी हुक्म दी, धज्जियां उड़ातियां, खिमा करियो, फिर असीं भटकणां दे विच भी पवांगे, चक्करां 'च भी पवांगे, धक्के भी सानूं मारने खाने पैणे ने। महाराज वो कहंदे ने हुक्म है अंदर सब को, सब कुछ दे हुक्म च वरत रहा है, बाहर हुक्म ना कोई, उहदे हुक्म तो बाहर कुछ भी नहीं वापर रहा। नानक हुक्म जे बुझै ता हउमै कहै ना कोय। आ पंक्ति नूं समझियो, समाप्ति करिए। महाराज कहंदे नानक हुक्म जे बुझै, जे कोई बंदा हुक्म नूं समझ लवे ना तां ओह हउमे नहीं करदा। जे किते रावण हुक्म नूं समझ लैंदा है तां ओहने हंकार नहीं सी करना। जे किते हरनाखश हुक्म नूं समझ लैंदा है भी रब्बी हुक्म की है तां ओहने अपने आप नूं कदे हरि भगवान नहीं सी अखवाउणा, ते ना ओह मारिया जांदा है, ना रावण मारिया जांदा है। उन्हां ने हुक्म की परवाह नहीं की, कहंदे साडा ही हुक्म चलूगा। जदों कि महाराज कहंदे हुक्म है अंदर सब को। जे देखो रावण की किड्डी साधना सीगी, किड्डी कमाई सीगी, 4 वेद उहदे जवानी कंठ सीगे, एडी साधना देवतियां नूं भाजणा पै गईयां सी। देवते गुप्त मीटिंगां करते फिरदे सी, कहंदे जी की करिए इहदा आपां, कहंदे तां इदां तां अपना सारा कुछ खो के लै जूगा राज भाग। देवतियां नूं भसूड़ी पै गई, भाजड़ां पै गईयां, फिर उन्हां ने चालां चलीआं। ते इह तां जे रावण हुक्म दे विच रहिंदा ना, थोड़ा जिहा हंकार ना करदा, शायद हिस्ट्री कुछ होर होनी सी। पर महाराज सच्चे पातशाह जी ने फिर की आख्या, उन्हें जे हंकार किया, हौमे की, जिमें भी कर लग गया, फिर यह भी रब्बी हुक्म सी भी, वह भी मारिया गया, मारिया गया ना। हुण उहनूं नीवा किहने कीता? उहदे अपने कर्मां ने। रावण नूं जे असीं कहने आ भी मूर्ख शब्द महाराज ने वरतिया, ते किहदे करके? उहने कम इहो जिहे कर ले, नहीं तां जे थोड़ा जिहा किते होर साणा रहिंदा ते इतिहास भी कुछ होर होना सी। नानक हुक्म जे बुझै तां हउमै कहै ना कोई। जे हुक्म की समझ आ जाए ना, फिर बंदे च हंकार नहीं हुंदा, हौमे नहीं आउंदी। ते जे हौमे नहीं है तां फिर जिहड़ा सी मनुख दा रब दा रूप हो जांदा है। हौमे ही सारे पुआड़े दी जड़ है, ते हुक्म नूं समझ के ही हौमे तो छुटकारा हुंदा। महाराज किरपा करन, रहमत करन, बख्शिश करन। ते ये जिहड़ी दूसरी पौड़ी दे अंदर सतगुरा जी ने इशारा कीता है, ये साडी समझ विच आ जाए। असी परमात्मा के हुक्म दे विच चलीए, सतगुरु जी के हुक्म दे विच चलीए, फिर असी उच्चे होवांगे। जे असी उस हुक्म की परवाह ना कीती, फिर नीवें डिग जाएंगे। ये हुण आपां ने वेखना, दोष आपां किसी नूं नहीं दे सकते। सतगुरु किरपा करन, गल पकड़ विच आवे, असी बाणी नूं कमा सकीए। इन्नियां क बेनतियां प्रवान करियो जी। धन्नवाद सारी संगत दा। भुल चुक दी खिमा, बाणी दी विचार करदे होइयां तमाम गलतियां महाराज खिमा करनगे। आप जी ने अरदास करनी। आओ अंतलियां 2 पंक्तियां पढ़ के फतेह दी सांझ पाइए, आनंद साहिब के पाठ में जुड़िए जी। हुक्म अंदर सब को, बाहर हुक्म ना कोय। नानक हुक्म जे बुझै ता हउमै कहै ना कोय। वाहिगुरु जी का खालसा, वाहिगुरु जी की फतेह।